सूही महला पंजवा। गृहवस गुर कीना हाँ कर कीनार। दस दासी कर दीनी पतार। गृहवस गुर कीना हाँ कर कीनार। दस दासी कर दीनी पतार। सगल समगरी मैं कर की जोड़ी। आस प्यासी पिर को लोड़ी। कवन कहाँ गुण कंत प्यारे। सुगढ़ स्वरूप दयाल मुरारे। रहा सत श्रृंगार भव अंजन पाया। अमृत नाम तंबोल मुख खाया। कंगन वस्त्र गहने बने सुहावे। तन सब सुख पावै जां पिर कर आवै। गुण कामण कर कंत रिझाया। वस कर लीना गुर परम चुकाया। सब ते ऊंचा मंदिर मेरा। सब कामन त्यागी प्रिय प्रीतम मेरा। प्रगटिया सूर जोत उजियारा। सेज विछाई सरध अपारा। नवरंग लाल सेज रावण आया। जन नानक पिर तन मिल सुख पाया। प्रगटिया सूर जोत उजियारा। सेज विछाई सरध अपारा। नवरंग लाल सेज रावण आया। जन नानक पिर तन मिल सुख पाया। वाहिगुरु जी का खालसा वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी। परिपूर्ण अकाल पुरख वाहिगुरु जी महाराज जी की अपर अपार निवाजिश है। असी जीवन के प्रवाह विच अज एक होर समुचा दिन हंडाया आ। कोटान कोट शुक्रगुजार हाँ दाते दे जो गुरुद्वारे दे विच मर्यादित ढंग दे नाल दीवान लगातार चल रहे ने। उहदे विच शाम के समय रहरास साहिब जी के पावन जाप तो उपरंत हरि जस कीर्तन हो रहा सी। हुण समा बनिया गुरबाणी व्याख्या दा। इस गोचरे सोही राग की रचना गुरु अर्जन पातशाह जी का पावन संदेश असी विचार रहे हाँ। आप जी ने पाठ सरवण किया शब्द का। बीते कल यदी तकरीर विचार प्रारंभ की सी। भावें कि समा काफ़ी सीगा पर फिर भी विवेचना करदे विस्तार करदे असी शब्द ना विचार पाए। रहाव दा बंद ते शुरुआती पदे की विचार ते असी जो सारा का सारा अपना जिहड़ी एक्सप्लेनेशन सी जिहड़ी साडी डिस्कशन सी वी वाइंड इट दैट टाइम। सो हुण एक सरसरी नज़र रहाव ते बंद ते है। उपरंत जो
ਸਮੁੱਚਾ ਬਚਨ ਹੈ ਉਹਨੂੰ ਅਸੀਂ ਮਹਾਰਾਜ ਜੀ ਦੀ ਅਸੀਸ ਸਦਕਾ ਸਮਝਣ ਦਾ ਯਤਨ ਕਰਾਂਗੇ। ਬਚਨ ਪ੍ਰਾਰੰਭ ਹੋ ਰਿਹਾ ਹੈ ਖਾਸ ਤੌਰ 'ਤੇ ਰਹਾਉ ਦੇ ਪਦੇ ਤੋਂ, ਜਿੱਥੋਂ ਵਿਚਾਰ ਆਗਾਜ਼ ਕਰ ਰਹੇ ਸੀ ਅਸੀਂ। ਕਵਨ ਕਹਾਂ ਗੁਣ ਕੰਤ ਪਿਆਰੇ, ਸੁਗੜ ਸਰੂਪ ਦਇਆਲ ਮੁਰਾਰੇ। ਰਹਾਉ। ਕਵਨ ਕਹਾਂ ਦਾ ਮਤਲਬ ਸਿੰਪਲ ਪੰਜਾਬੀ ਟਰਾਂਸਲੇਸ਼ਨ ਇਹ ਬਣਦੀ ਹੈ ਵੀ ਕੀ ਕਹਾਂ ਮੈਂ। ਕਵਨ ਕਿਸ ਕਿਸਮ ਦੇ ਨਾਲ, ਕਿਸ ਤਰੀਕੇ ਦੇ ਨਾਲ, ਕਿਸ ਗਿਣਤੀ ਦੇ ਵਿੱਚ ਲਿਆ ਕੇ ਮੇਰੀ ਜਿਹੜੀ ਐਬਿਲਿਟੀ ਹੈ, ਮੇਰੀ ਜਿਹੜੀ ਪਾਇਆ ਆ, ਸਮਰੱਥਾ ਆ, ਉਹ ਬੜੀ ਸੀਮਤ ਆ। ਅਸੀਂ ਸ਼ਬਦ ਪੜ੍ਹਦੇ ਹਾਂ ਜੀਹਬਾ ਏਕ ਅਨੇਕ ਗੁਣ। ਉਹਦੇ ਮੇਰੀ ਪਾਇਆ ਇੰਨੀ ਕਿ ਮੇਰੇ ਕੋਲ ਇੱਕ ਜੀਭ ਆ, ਉਹਦੇ ਗੁਣ ਅਨੇਕਾਂ ਨੇ, ਅਤੇ ਮੈਂ ਕਿਵੇਂ ਉਹਨੂੰ ਬਖਾਨ ਕਰ ਸਕਦਾ ਹਾਂ। ਏਕ ਜੀ ਕਿਆ ਬਖਾਨੈ ਹਉ ਕੇ ਬਲ 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 ਸਦ ਬਲ ਜਾਈ। ਇੱਕ ਜੀਭ ਕਿੰਨੇ ਕੁ ਦੇ ਗੁਣਗਾਨ ਬਖਾਨ ਕਰ ਸਕਦੀ। ਹਾਂ, ਬਲਿਹਾਰ ਜਾ ਸਕਦਾ ਇਸ ਰੂਪ ਦੇ ਵਿੱਚ। ਪਾਇਆ ਸੀਮਤ ਆ। ਮਹਾਰਾਜ ਜ਼ਿਕਰ ਕਰਦੇ ਕਵਨ ਕਹਾਂ ਗੁਣ ਕੰਤ ਪਿਆਰੇ। ਤੇਰੇ ਕਿੰਨੇ ਕੁ ਗੁਣ ਨੇ, ਕਿੰਨੀਆਂ ਕੁ ਵਡਿਆਈਆਂ ਨੇ, ਮੈਂ ਐਕਸਪਲੇਨ ਨਹੀਂ ਕਰ ਸਕਦਾ। ਮੇਰੇ ਵਾਸਤੇ ਇਹ ਪੋਸੀਬਲ ਨਹੀਂ ਹੈਗਾ। ਇਹਦੇ 'ਚ ਬੀਤੇ ਕੱਲ੍ਹ ਵੈਸੇ ਬੜੀ ਡਿਟੇਲਡ ਬਾਤ ਹੋਈ ਸੀਗੀ, ਪਰ ਗੱਲ ਇੰਨੀ ਹੈ ਕਿ ਗੁਣ ਗ੍ਰਹਿਣ ਕਰਨੇ ਨੇ। ਗੁਣਾਂ ਦੇ ਨਾਲ ਹੀ ਜੀਵਨ ਸੁਖੀ ਹੈ, ਗੁਣਾਂ ਦੇ ਨਾਲ ਹੀ ਜੀਵਨ ਦੀ ਵੈਲਿਊ ਆ। ਜਿਹੜੀ ਹਿਊਮਨ ਲਾਈਫ ਆ, ਇਹਨੂੰ ਅਸੀਂ ਵੇਸਟ ਨਾ ਕਰੀਏ। ਜੇ ਅਸੀਂ ਵੇਸਟ ਨਹੀਂ ਕਰਨੀ, ਜੇ ਅਸੀਂ ਇਸ ਨੂੰ ਵਾਕਿਆ ਦੇ 'ਚ ਹੀ ਮੀਨਿੰਗਫੁਲ ਵੇ ਦੇ ਨਾਲ ਇੰਜੋਏ ਕਰਨਾ ਹੈ, ਮਾਨਣਾ ਹੈ, ਦੈਨ ਵੀ ਮਸਟ ਹੈਵ, ਜਿਹਨੂੰ ਅਸੀਂ ਕਹਿ ਸਕਦੇ ਹੈਗੇ ਹਾਂ ਹਿਊਮਨ ਵਰਚੂਜ਼, ਹਿਊਮਨ ਕੁਆਲਿਟੀਜ਼। ਅਤੇ ਉਹ ਰਿਫਲੈਕਟ ਕਿੱਥੋਂ ਹੋਣਗੀਆਂ? ਮਹਾਰਾਜ ਕਹਿੰਦੇ ਉਹਦੇ ਤੋਂ ਜਿਹੜਾ ਸਭ ਗੁਣਾਂ ਦਾ ਮਾਲਕ ਆ। ਅਤੇ ਉਹਦੇ 'ਚ ਗੁਣ ਇੰਨੇ ਨੇ ਕਿ ਅਸੀਂ ਐਕਸਪਲੇਨ ਵੀ ਨਹੀਂ ਕਰ ਸਕਦੇ। ਸੋ ਇਸ ਕਿਸਮ ਦੀ ਬਾਤ ਹੋਈ। ਕਵਨ ਕਹਾਂ ਗੁਣ ਕੰਤ ਪਿਆਰੇ। ਫਿਰ ਬਾਤ ਕੁਝ ਹੋ ਰਹੀ ਸੀ ਸੁਗੜ ਸਰੂਪ ਦਇਆਲ ਮੁਰਾਰੇ। ਤੇਰਾ ਸਰੂਪ ਬੜਾ ਸੁਗੜ ਆ, ਬਹੁਤ ਸਿਆਣਾ, ਬੜਾ ਦਾਨਾ ਆ। ਅਦਰਵਾਈਜ਼ ਬੀਇੰਗ ਏ ਹਿਊਮਨ we have really actually lots of weaknesses, but one weakness we can easily notice in our life or in our personalities, that whatever decision we take, around 95% we actually find some kind of regret afterward. We always say, oh, I should not have taken that step that time. I should not have actually done this kind of act. ਸੋ ਇਹ ਜਿਹੜੀ ਚੀਜ਼ ਆ, ਇਹ ਸਾਡੇ ਸਾਰਿਆਂ ਦੇ 'ਚ ਪਈ। ਇੱਥੋਂ ਜਾ ਕੇ ਪਤਾ ਲੱਗਦਾ ਅਸੀਂ ਸਿਆਣੇ ਨਹੀਂ। ਅਸੀਂ ਸਿਆਣਪ ਪ੍ਰਾਪਤ ਕਰਨ ਵਾਸਤੇ ਵੀ ਮਾਈਟ ਬੀ ਸੀਕਰ ਆਫ ਵਿਜ਼ਡਮ, ਬਟ ਵੀ ਆਰ ਨੋਟ ਵਾਈਜ਼ ਇਨਫ। ਹੁਣ ਆਹ ਜਿਹੜੀ ਚੀਜ਼ ਆ, ਇਹਦੇ ਵਾਸਤੇ ਫਿਰ ਬੰਦਾ ਕਹਿੰਦਾ ਵੀ ਵਾਈਜ਼ ਤੇ ਹੈ ਨਹੀਂ ਗਾ ਮੈਂ, ਤੇ ਫਿਰ ਕੀ ਕੀਤਾ ਜਾਏ? ਕਿਸੇ ਵਾਈਜ਼ ਨੂੰ ਫੋਲੋ ਕੀਤਾ ਜਾਏ। ਤੇ ਸਭ ਤੋਂ ਵਾਈਜ਼ ਕੌਣ ਆ? ਗੁਰੂ ਮਹਾਰਾਜ ਨੇ ਕਿਹਾ ਅਕਾਲ ਪੁਰਖ ਵਾਹਿਗੁਰੂ ਸੁਗੜ ਸਰੂਪ ਆ, ਉਹਨੂੰ ਫੋਲੋ ਕਰ। ਉਹਨੂੰ ਕਹਿ ਮਾਲਕ ਤਰਸ ਕਰ, ਮੈਨੂੰ ਮੱਤ ਦੇ, ਸੋਝੀ ਦੇ, ਸਮਝ ਦੇ। ਕਈ ਵਾਰੀ ਮੈਂ ਜਦੋਂ ਬੱਚਿਆਂ ਨਾਲ ਇੰਟਰੈਕਸ਼ਨ ਕਰਦਾ ਹਾਂ, ਐਂਡ ਅਸੀਂ ਬੱਚਿਆਂ ਨੂੰ ਕਈ ਵਾਰੀ ਸਿਖਾਉਂਦੇ ਹਾਂ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਓ, ਧਰਮ ਮੰਦਰ ਜਾਓ, ਧਾਰਮਿਕ ਸਥਾਨ 'ਤੇ ਜਾ ਕੇ ਪ੍ਰੇਅਰ ਕਰੋ ਜਾਂ ਪਾਠ ਕਰੋ। ਆਫਟਰ ਪਾਠ ਯੂ ਕੈਨ ਐਕਚੁਅਲੀ ਪ੍ਰੇ ਟੂ ਵਾਹਿਗੁਰੂ ਜੀ ਐਂਡ ਆਸਕ ਵਾਹਿਗੁਰੂ ਜੀ ਵਟ ਐਵਰ ਯੂ ਵਾਂਟ। ਅਤੇ ਉਹਦੇ 'ਚ ਹੁੰਦਾ ਬੱਚਿਆਂ ਨੂੰ ਸਿਖਾਉਂਦੇ ਹਾਂ, ਤੂੰ ਕਹਿ ਵਾਹਿਗੁਰੂ ਜੀ ਮੈਨੂੰ ਤੁਸੀਂ ਜਿਹੜਾ ਹੈਗਾ, ਮੈਨੂੰ ਜੋਬ ਮਿਲ ਜੇ, ਮੈਨੂੰ ਕੋਈ ਪੋਜੀਸ਼ਨ ਮਿਲ ਜੇ, ਮੈਨੂੰ ਮਨੀ ਮਿਲ ਜੇ, ਮੈਨੂੰ ਕੋਈ ਸਮ ਕਾਈਂਡ ਆਫ ਜਿਹੜੀ ਹੈ ਮੇਰੀਆਂ ਹੈਪੀ ਮੂਮੈਂਟਸ ਮੈਨੂੰ ਮਿਲ ਜਾਣ। ਤਾਂ ਦੋਜ਼ ਥਿੰਗਸ ਐਕਚੁਅਲੀ ਆਲਵੇਜ਼ ਪੀਪਲ ਆਸਕ। ਮੈਂ ਕਹਿੰਦਾ ਜੇ ਇਸ ਤੋਂ ਥੋੜ੍ਹਾ ਜਿਹਾ ਆਪਾਂ ਡੀਪ ਲੈਵਲ 'ਤੇ ਆ ਜਾਈਏ ਤਾਂ ਅਸੀਂ ਇਹ ਕਹਿ ਦਈਏ ਵੀ ਦਾਤਾ ਤਰਸ ਕਰ, ਮੈਨੂੰ ਮੱਤ ਦੇ ਦੇ, ਬਾਕੀ ਸਾਰਾ ਕੁਝ ਇਟ ਵਿਲ ਹੈਪਨ, ਡੋਂਟ ਵਰੀ। ਜੇ ਉਹ ਚੀਜ਼ ਤੂੰ ਥੋੜ੍ਹੀ ਸ਼ੇਅਰ ਕਰ ਦੇ ਮੇਰੇ ਨਾਲ, ਮੈਨੂੰ ਦੇ ਦੇਵੇਂ, ਅਤੇ ਬਾਕੀ ਚੀਜ਼ਾਂ ਉਹਦੀ ਇਵਜ ਵਿੱਚ, ਉਹਦੀ ਰੌਸ਼ਨੀ ਵਿੱਚ, ਇਨ ਦਾ ਐਕਚੁਅਲੀ ਇਨਲਾਈਟਮੈਂਟ ਆਫ ਦੈਟ ਵਿਜ਼ਡਮ ਆਈ ਕੈਨ ਅਟੇਨ, ਆਈ ਕੈਨ ਅਰਨ। ਸੋ ਪਲੀਜ਼ ਬਲੈਸ ਮੀ ਦੈਟ। ਇੱਥੇ ਸਾਹਿਬ ਉਹਦੀ ਬਾਤ ਕਰਦੇ ਐਕਚੁਅਲੀ, ਕਿਉਂਕਿ ਇਹ ਪੋਇਟਿਕ ਸਿਸਟਮ ਆ, ਅਤੇ ਇਹਦੇ 'ਚ ਗੁਰੂ ਮਹਾਰਾਜ ਸਿਰਫ ਉਹਦੇ ਗੁਣ ਦੀ ਗੱਲ ਕਰਦੇ, ਪਰ ਇਸ ਗੁਣ ਨੂੰ ਜਦੋਂ ਰਿਸਾਈਟ ਕਰਨ ਦੀ ਗੱਲ ਹੋ ਰਹੀ ਹੈ, ਦੈਟ ਮੀਨ ਵੀ ਆਰ ਸੀਕਰ ਆਫ ਵਿਜ਼ਡਮ ਫਰੋਮ ਆਲ ਪੁਰਖ ਵਾਹਿਗੁਰੂ। ਮਹਾਰਾਜ ਜੀ ਸਾਡੇ 'ਤੇ ਨਵਾਜ਼ਿਸ਼ ਕਰਦੇ। ਸੋ ਸਾਹਿਬ ਕਹਿੰਦੇ ਸੁਗੜ ਸਰੂਪ, ਫਿਰ ਕਿਹਾ ਦਇਆਲ ਮੁਰਾਰੇ। ਬੀਤੇ ਕੱਲ ਬਾਤ ਹੋਈ ਸੀ ਮੁਰ ਨਾਂ ਦੇ ਰਾਖਸ਼ ਨੂੰ ਮਾਰਨ ਵਾਲਾ ਮੁਰਾਰ ਹੁੰਦਾ ਆ ਜਾਂ ਮੁਰਾਰੀ ਹੁੰਦਾ ਆ। ਅਤੇ ਸਾਡੇ ਸਾਰਿਆਂ ਦੇ ਵਿੱਚ
ਜਿਹੜੀਆਂ ਸਾਡੀਆਂ ਐਟੀਟਿਊਡ ਪ੍ਰੋਬਲਮਸ ਨੇ, ਜਿਹੜਾ ਸਾਡੇ ਅੰਦਰ ਇੱਕ ਜਿਹੜਾ ਹੈਗਾ ਇੱਕ ਅਜੀਬ ਤਰ੍ਹਾਂ ਦੀ ਹਾਲਤ ਆ ਕਿ ਹੰਕਾਰ ਅਤੇ ਸਭ ਚੀਜ਼ਾਂ, ਇਹ ਸਾਰਿਆਂ ਤੋਂ ਅਸੀਂ ਆਪਣਾ ਕਲਿਆਣ ਰੱਬ ਦੀ ਤਰਸ ਨਾਲ ਹੀ ਕਰ ਸਕਦੇ ਹਾਂ। ਸੋ ਸਭ ਕਹਿੰਦੇ ਤਰਸ ਦਾ ਘਰ ਸਾਡੇ ਸਾਰਿਆਂ ਤਰਸ ਕਰੇ, ਸਾਡੇ ਅੰਦਰਲੇ ਮੁਰ ਨਾਂ ਦੇ ਰਾਖਸ਼ ਨੂੰ ਮਾਰਨ ਵਿੱਚ ਮਦਦ ਕਰੇ। ਸੋ ਇਹ ਰਹਾਉ ਦੇ ਪਦੇ ਦੀ ਬਾਤ ਸੀ। ਹੁਣ ਅਸੀਂ ਸ਼ੁਰੂਆਤੀ ਪਤਾ ਜਿੱਥੇ ਗੁਰੂ ਅਰਜਨ ਸਾਹਿਬ ਜ਼ਿਕਰ ਕਰ ਰਹੇ ਸੀ, ਗ੍ਰਹਿ ਵਸ ਗੁਰ ਕੀਨਾ ਹਉ ਕਰ ਕੀ ਨਾਰ। ਆਈ ਵਾਜ਼ ਗਿਵਿੰਗ ਸਮ ਐਗਜ਼ਾਮਪਲਸ ਕਿ ਜਿਵੇਂ ਘਰ ਆ ਅਤੇ ਇੱਕ ਹਾਊਸ ਹੋਲਡ ਨੂੰ ਚਲਾਉਣ ਵਾਸਤੇ ਤੁਹਾਨੂੰ ਇੱਕ ਐਂਕਰ ਦੀ ਲੋੜ ਹੁੰਦੀ ਹੈ, ਇੱਕ ਗਾਈਡ ਦੀ ਲੋੜ ਹੁੰਦੀ ਹੈ, ਅਤੇ ਇੱਕ ਬੜੇ ਕੋਆਰਡੀਨੇਸ਼ਨ ਦੀ ਲੋੜ ਹੁੰਦੀ ਹੈ। ਤਾਂ ਉਸ ਕੋਆਰਡੀਨੇਸ਼ਨ ਦੇ ਵਿੱਚ ਤੁਸੀਂ ਜੇ ਚੱਲਦੇ ਹੋ ਦੈਨ ਯੂ ਕੈਨ ਐਕਚੁਅਲੀ ਉਸ ਘਰ ਨੂੰ ਵਸਦਾ ਹੋਇਆ, ਖੁਸ਼ ਹੁੰਦਾ ਹੋਇਆ ਇਸ ਰੂਪ ਵਿੱਚ ਦੇਖ ਸਕਦੇ ਹੈਗੇ। ਹੁਣ ਐਗਜ਼ੈਕਟਲੀ ਸਾਡਾ ਆ ਸਰੀਰ ਘਰ ਆ, ਇਹ ਪਿੰਡ ਆ ਪੂਰਾ ਦਾ ਪੂਰਾ, ਅਤੇ ਇੱਥੋਂ ਹੀ ਸ਼ਬਦ ਪਿੰਡਾ ਬਣਿਆ ਪੰਜਾਬੀ ਦਾ। ਐਕਚੁਅਲੀ ਆ ਪਿੰਡ ਜੋ ਬ੍ਰਹਮੰਡੇ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ, ਇਹਨੂੰ ਪਿੰਡ ਕਿਹਾ ਗਿਆ। ਇੱਕ ਤਰ੍ਹਾਂ ਦਾ ਇੱਕ ਪੂਰਾ ਦਾ ਪੂਰਾ ਗ੍ਰਹਿ ਨਗਰ ਆ। ਹੁਣ ਇਹਦੀ ਬਾਤ ਜਿਹੜੀ ਹੋ ਰਹੀ ਹੈ, ਸਾਹਿਬ ਜ਼ਿਕਰ ਕਰਦੇ ਗ੍ਰਹਿ ਵਸ ਗੁਰ ਕੀਨਾ। ਗੁਰ ਕੀਨਾ, ਗੁਰੂ ਇੱਕ ਮੀਡੀਏਸ਼ਨ ਕਰਦਾ, ਵਿਚੋਲਗੀ ਕਰਦਾ, ਅਤੇ ਸਾਡੇ ਇਸ ਗ੍ਰਹਿ ਨੂੰ ਚਲਾਉਣ ਵਾਸਤੇ ਸਾਡੇ ਵੱਸ 'ਚ ਕਰ ਦਿੰਦਾ। ਮਤਲਬ ਸੌਰੀ ਟੂ ਸੇ, ਮੈਂ ਕਈ ਵਾਰੀ ਇਹ ਚੀਜ਼ ਕਹਿਣਾ ਵਾ, ਪੀਪਲ ਐਕਚੁਅਲੀ ਕੰਪਲੇਨ ਮੋਸਟ ਆਫ ਦਾ ਟਾਈਮ, ਦੇ ਸੇ ਭਾਈ ਸਾਹਿਬ ਸਾਰਾ ਕੁਝ ਹੱਥੋਂ ਨਿਕਲਦਾ ਲਗਾ ਜਾ ਰਿਹਾ ਹੈ, ਪਰਿਵਾਰ ਕਾਬੂ 'ਚ ਨਹੀਂ ਗਾ, ਇਸ ਤਰ੍ਹਾਂ ਨਹੀਂ। ਦੇ ਆਲਵੇਜ਼ ਸੇ ਲਾਈਕ ਦੈਟ। ਮੈਂ ਉਹਨਾਂ ਨੂੰ ਕਈ ਵਾਰੀ ਕਾਊਂਟਰ ਕੁਐਸਚਨ ਕਰਦਾ, ਕਿਉਂਕਿ ਵੀ ਵਿਲ ਟਾਕ ਅਬਾਊਟ ਫੈਮਿਲੀ ਆਫਟਰਵਰਡ, ਬਟ ਹਾਊ ਅਬਾਊਟ ਯੂ? ਤੇਰਾ ਆਪਣਾ ਆਪਾ ਤੇਰੇ ਕੰਟਰੋਲ 'ਚ ਹੈਗਾ? ਜੇ ਤੇਰਾ ਆਪਣਾ ਆਪਾ ਹੀ ਕੰਟਰੋਲ 'ਚ ਨਹੀਂ ਹੈਗਾ, ਜੋ ਅੱਖਾਂ ਨੂੰ ਕੰਮ ਕਰਨਾ ਚਾਹੀਦਾ ਉਹ ਨਹੀਂ ਕਰ ਰਹੀਆਂ, ਜੋ ਕੰਨਾਂ ਨੂੰ ਕੰਮ ਕਰਨਾ ਚਾਹੀਦਾ ਨਹੀਂ ਕਰ ਰਹੇ, ਜੋ ਜੀਭ ਨੂੰ ਕੰਮ ਕਰਨਾ ਚਾਹੀਦਾ ਨਹੀਂ ਕਰ ਰਹੀ, ਜੋ ਹੱਥਾਂ ਨੂੰ ਕੰਮ ਕਰਨਾ ਚਾਹੀਦਾ ਨਹੀਂ ਕਰ ਰਹੇ, ਜੋ ਗਿਆਨ ਇੰਦਰੇ, ਕਰਮ ਇੰਦਰੇ, ਸਪਰਸ਼ ਅਤੇ ਸਭ ਤੋਂ ਵੱਡੀ ਬੌਧਿਕਤਾ ਉਹ ਕੰਮ ਨਹੀਂ ਕਰ ਰਹੀ, ਤੁਸੀਂ ਬਾਹਰੋਂ ਕੀ ਐਕਸਪੈਕਟ ਕਰਦੇ ਹੋ? ਇਹ ਤਾਂ ਆਪਣੇ ਆਪੇ 'ਤੇ ਕੰਮ ਕਰਨ ਦੀ ਲੋੜ ਆ। ਇਹ ਗ੍ਰਹਿ ਵਸ, ਡੂ ਯੂ ਹੈਵ your own self-control? Try to actually ask yourself. Are you actually able to see some kind of coordination in between your own senses? Are you able to see the self-clinginess? If all these things are missing inside you, then definitely ਇਹ ਜਿਹੜੀ ਮਿਜ਼ਰੀ ਹੈ ਇਹ ਬਾਹਰ ਵੀ ਫੈਲੇਗੀ। ਸੋ ਇਹ ਜਿਹੜੀ ਹਾਲਤ ਆ ਸਾਰੇ ਦੀ ਸਾਰੇ, ਸਿੰਪਲ ਐਗਜ਼ਾਮਪਲ ਕਰਾਂ ਇਹਦੇ 'ਚ। ਅਕਸਰ ਹੁੰਦਾ ਆ, ਲੋਕ ਕਹਿੰਦੇ ਹੁਣ ਨਾ ਮੈਂ ਪਰਿਵਾਰ ਦਾ ਸੁਧਾਰ ਕਰਨਾ ਆ, ਫਿਰ ਲੋਕ ਕਈ ਵਾਰੀ ਕਹਿੰਦੇ ਮੈਂ ਸਮਾਜ ਸੁਧਾਰਨਾ। ਹੁਣ ਵੀ ਕੈਨ ਫਾਈਂਡ ਆਊਟ ਲੋਟ ਆਫ ਪੀਪਲ ਹੂ ਆਰ ਵਾਂਟ ਟੂ ਐਕਚੁਅਲੀ ਜਿਹੜਾ ਹੈਗਾ ਓਵਰਹੌਲ ਕਰਨਾ ਚਾਹੁੰਦੇ ਨੇ। ਦੇ ਵਾਂਟ ਟੂ build, they want to reform society, social structure, religious institution, religion, all these things. Basic ਗੱਲ ਇਹ ਹੈ, ਕਦੀ ਆਪਣੇ ਆਪ ਨੂੰ ਕੰਘੀ ਫੇਰੀ ਹੈ, ਕਦੀ ਆਪਣੇ ਆਪ ਨੂੰ ਰਿਫਾਰਮ ਕੀਤਾ ਹੀ। ਇਹਦੇ ਲਈ ਜਿਹੜੀ ਸਭ ਤੋਂ ਸਾਨੂੰ ਮੇਨ ਨੀਡ ਆ ਇੱਥੇ, ਵਟ ਮਹਾਰਾਜ ਗੁਰੂ ਅਰਜਨ ਸਾਹਿਬ ਸਿੰਘ ਗ੍ਰਹਿ ਵਸ ਵਿੱਚ ਆ ਗਿਆ। ਕਦੋਂ? ਗੁਰ ਕੀ ਨਾ, ਤਾਂ ਗੁਰੂ ਨੇ ਹੈਲਪ ਕੀਤੀ। ਗੁਰੂ ਇੱਥੇ ਇੱਕ ਮੀਡੀਏਟਰ ਦੇ ਰੂਪ ਵਿੱਚ ਆ ਰਿਹਾ ਹੈਗਾ। ਲੈਟ ਮੀ ਟੈਲ ਯੂ ਵਨ ਮੋਰ ਥਿੰਗ, ਕਿਉਂਕਿ ਬਾਣੀ ਜਿਹਨੂੰ ਪ੍ਰੈਕਟੀਕਲ ਵੇ ਨਾਲ ਪਾਓ, ਪੋਇਟਿਕ ਹੈ ਨਾ, ਇਹਦੇ ਰਿਸਾਈਟ ਕਰਦਿਆਂ ਜੇ ਅੰਦਰ ਸੁਰਤ 'ਚ ਆ ਜਾਏ ਅੰਦਰ। ਤੇ ਹੁਣ ਸਪੋਜ਼ ਕਰੋ, ਮੈਂ ਕਈ ਵਾਰੀ ਬਾਤ ਕਰਦਾ, ਹਾਲਾਂਕਿ ਮੈਂ ਵੀ ਬੀਇੰਗ ਏ ਪੇਰੈਂਟ ਸਟਰਗਲ ਕਰਦਾ ਸਾਰੇ ਦੇ ਵਿੱਚ, ਪਰ ਮੈਂ ਅਕਸਰ ਕਹਿੰਦਾ ਵਾਂ ਬੱਚਿਆਂ ਦੀ ਹੈਲਪ ਕਰੋ। ਕਾਹਦੇ ਵਾਸਤੇ? ਇਹ ਹੈਲਪ ਕਰੋ ਕਿ ਉਹ ਚੰਗੇ ਦੋਸਤ ਬਣਾ ਸਕਣ। ਦੈਟ ਇਜ਼ ਦਾ ਵੈਰੀ ਐਕਚੁਅਲੀ ਆਹ ਸਭ ਤੋਂ ਵੱਡੀ ਲੋੜ ਹੈ ਸਾਡੀ। ਬੱਚਿਆਂ ਨੂੰ ਐਜੂਕੇਟ ਕਰਨ ਵਿੱਚ, ਉਹਨਾਂ ਨੂੰ ਐਜੂਕੇਸ਼ਨ ਵੱਧ ਤੋਂ ਵੱਧ ਦਿਵਾਉਣ ਵਾਸਤੇ, ਉਹਨਾਂ ਨੂੰ ਕੈਰੀਅਰ ਬਣਾਉਣ ਵਾਸਤੇ, ਆਲ ਅਦਰ ਥਿੰਗਸ ਵਿਲ ਹੈਪਨ, ਡੋਂਟ ਵਰੀ ਅਬਾਊਟ ਇਟ, they will happen without any doubt. But one thing we have to pay attention, that is what kind of surrounding they are creating, what kind of friends group they are creating. Let's try to find out that. ਉਹਦੇ 'ਤੇ ਹੈਲਪ ਕਰੋ। ਜੇ ਉਹਨਾਂ ਦੇ ਦੋਸਤ ਚੰਗੇ ਨੇ, ਉਹਨਾਂ ਦੇ ਸਲਾਹਕਾਰ ਚੰਗੇ ਨੇ, ਸੱਜਣ ਚੰਗੇ ਨੇ, ਉਹ ਚੰਗੇ ਆਪੇ ਬਣ ਜਾਣਗੇ। ਈਵਨ ਇੱਥੋਂ ਤੱਕ ਵੀ ਅਸੀਂ ਦੇਖਿਆ ਆ, ਬੱਚਾ ਆ ਉਹ ਮਾਂ ਬਾਪ ਤੋਂ ਰਿਬੈਲੀਅਸ ਹੁੰਦਾ ਆ, ਉਹ ਰਿਬੈਲ ਕਰਦਾ ਆ, ਉਹ ਹਰ ਚੀਜ਼ ਦੇ ਉੱਤੇ ਜਿਹੜਾ ਹੈਗਾ ਕਾਊਂਟਰ ਕਰਦਾ ਉਹਨਾਂ ਨੂੰ, ਉਹ ਲਾਮੇ ਜਾ ਰਿਹਾ ਆ। ਪਰ ਜੇ ਕੋਈ ਚੰਗਾ ਦੋਸਤ ਆ ਉਹਦਾ, ਉਹਨੂੰ ਸਮਝਾਉਂਦਾ ਆ,
you know, that's not good. Your dad, mom, or whatever they are doing in favor of you. Listen them. ਇੱਥੇ ਜਾ ਕੇ ਇੱਕ ਸੈਕਿੰਡ ਓਪੀਨੀਅਨ, ਉਹ ਓਪੀਨੀਅਨ ਜਿਹੜਾ ਮੇਰੇ ਲਈ ਬੜਾ ਵੈਲਿਊ ਰੱਖਦਾ ਆ, ਉਹ ਫਿਰ ਆਉਣਾ ਸ਼ੁਰੂ ਹੋ ਜਾਂਦਾ ਹੈਗਾ, ਨਾ ਗੱਲ ਠੀਕ ਹੈ। ਤੁਸੀਂ ਦੇਖੋ ਅੱਜ ਨਾਸਤਿਕਤਾ ਦੀ ਬੜੀ ਗੱਲ ਹੋ ਰਹੀ ਹੈ। ਨਾਸਤਿਕਤਾ ਮੈਂ ਭਾਰਤੀ ਸ਼ਬਦਕੋਸ਼ਾਂ ਦੀ ਨਾਸਤਿਕਤਾ ਦੀ ਗੱਲ ਨਹੀਂ ਕਰ ਰਿਹਾ, ਉਹ ਟੋਟਲੀ ਡਿਫਰੈਂਟ ਆ। people who are claiming that we are atheist and we don't have any belief system. ਦੇਖੋ ਤਾਂ ਠੀਕ ਹੈ, ਚੀਜ਼ਾਂ ਲੱਗਦੀਆਂ ਤੇ ਠੀਕ ਨੇ ਸਰਫੇਸ ਦੇ ਉੱਤੇ, ਬਟ ਇਨਡੀਡ ਜੇ ਬੰਦਾ ਸਪਿਰਿਟ ਦੇ ਲੈਵਲ ਤੇ ਅਵੇਅਰ ਨਹੀਂ ਹੋਏਗਾ, ਸਪਿਰਿਚੁਅਲੀ ਉਹ ਆਪਣੇ ਆਪ ਨਾਲ ਜਿਹੜਾ ਹੈਗਾ ਇੰਗੇਜ ਨਹੀਂ ਹੋਏਗਾ, ਬੰਦਾ ਲੌਸਟ ਹੋ ਜਾਏਗਾ। ਉਹ ਲੌਸਟ ਹੋਇਆ ਕਿੱਥੇ ਜਾਏਗਾ, ਯੂ ਨੈਵਰ ਨੋ। ਮੈਂ ਬਹੁਤ ਪੜ੍ਹਦਾ ਸੁਣਦਾ ਆਲੇ ਦੁਆਲੇ ਜਿੰਨਾ ਕੁ ਹੁੰਦਾ ਆ। ਮੈਂ ਅਮਰੀਕਨ ਕੁਝ ਪੋਲੀਟੀਸ਼ੀਅਨਸ ਨੂੰ ਸੁਣ ਰਿਹਾ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ, ਐਂਡ ਦੇ ਵਰ ਟਾਕਿੰਗ ਅਬਾਊਟ ਸਮ ਕਾਈਂਡ ਆਫ ਜਿਹੜੀ ਇਹ COVID-19 ਦੇ ਰਿਲੇਟਡ ਆ ਰਹੀ ਹੈ ਨਿਊਜ਼, ਵੀ ਲੈਬ ਵਿੱਚ ਬਣਿਆ ਹੈਗਾ ਹੈ ਵਾਇਰਸ, ਲੈਬੋਰਟਰੀ ਤੋਂ ਲੀਕ ਹੋ ਗਿਆ, ਸਾਰੇ ਦੇ ਬਾਤ ਹੋ ਰਹੀ। ਇੱਕ ਬੜੀ ਨਾਮਵਰ ਸੈਨੇਟਰ ਹੈਗੀ ਹੈ, ਅਤੇ ਉਹਨੂੰ ਇੱਕ ਬੜਾ ਵੱਡਾ ਮੀਡੀਆ ਹਾਊਸ ਇੰਟਰਵਿਊ ਕਰ ਰਿਹਾ, ਅਤੇ ਇੰਟਰਵਿਊ ਕਰਦਿਆਂ ਹੋਇਆ ਉਹਨੂੰ ਪੁੱਛ ਰਿਹਾ ਹੈ ਕਿ what do you think? Is it, do you believe in that some kind of laboratory work has been done behind this whole problem? ਤੇ ਉਹ ਕਹਿੰਦੀ ਹੈ ਵੀ, you know, let me tell you one thing, I'm a Christian believer. ਇਸ ਤਰ੍ਹਾਂ ਗੱਲ ਸ਼ੁਰੂ ਕਰਦੀ ਹੈ, and according to my belief, I strongly believe that humans cannot do that. Humans cannot kill other human. At least that kind of ਜਿਹੜਾ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਕਿ ਇੱਕ ਮੱਤ ਜਾਂ ਸੋਝੀ, ਇਹ ਕੁਦਰਤ ਨੇ ਬੰਦੇ 'ਚ ਪਾਈ ਹੈ, ਕਿਉਂ ਕਿਤੇ ਮੈਸਿਵ ਕਿਲਰ ਇਸ ਤਰੀਕੇ ਨਾਲ ਛੇਤੀ ਕਰਕੇ ਨਹੀਂ ਬਣ ਸਕਦਾ। ਸੋ ਇਹ ਜਿਹੜਾ ਇੱਕ ਬਿਲੀਵ ਸਿਸਟਮ ਆ, ਤੇ ਉਹ ਇਹ ਹਾਲਾਂਕਿ ਗੱਲ ਤੇ ਬਹੁਤ ਇੱਕ ਮਤਲਬ ਉਸ ਲੈਵਲ ਤੇ ਆ ਰਹੀ ਹੈ ਕਿ ਛੋਟੀ ਜਿਹੀ ਗੱਲ ਆ, ਪਰ ਸੱਚਾਈ ਇਹ ਹੈ ਕਿ ਇੱਕ ਬਿਲੀਵ ਸਿਸਟਮ ਆ, ਜਿਹੜਾ ਬਿਲੀਵ ਸਿਸਟਮ ਉਹਨੂੰ ਕਿਸੇ ਇੱਕ ਵੱਡੇ ਇੱਕ ਜਿਹੜਾ ਉਹਦੇ 'ਚ ਸ਼ਿਕਾਰ ਨਹੀਂ ਹੋਣ ਦੇ ਰਿਹਾ। ਤਾਂ ਕਹਿ ਰਹੀ ਹੈ ਕਿ ਮੈਨੂੰ ਸੋਚਣਾ ਪਏਗਾ, ਕਿਉਂਕਿ ਕਿਸੇ ਇੰਡੀਵਿਜੂਅਲ ਦਾ ਕੋਈ ਥੋੜ੍ਹਾ ਬਹੁਤਾ ਇੰਟਰਸਟ ਹੋ ਸਕਦਾ ਇਹਦੇ ਵਿੱਚ, ਪਰ ਇੱਕ ਮੈਸਿਵ ਕਿਲਿੰਗ ਜਿਹੜੀ ਹਿਊਮੈਨਿਟੀ ਦੀ, ਇਹ ਮੈਂ ਨਹੀਂ ਮੰਨ ਸਕਦੀ ਕਿ ਇਸ ਤਰੀਕੇ ਨਾਲ ਕੋਈ ਹੋ ਰਹੀ ਹੋਏ ਇਸ ਢੰਗ ਦੇ ਨਾਲ। ਸੋ ਸਾਰ ਨੂੰ ਰੂਲ ਆਊਟ ਕਰਦੀ ਉਸ ਰੂਪ 'ਚ, ਪਰ ਕਹਿੰਦੀ ਇਹਦੇ ਪਿੱਛੇ ਆਹ ਚੀਜ਼ ਆ ਰਹੀ ਹੈ। ਹੁਣ ਇਹ ਜਿਹੜੀ ਆਹ ਛੋਟੀ ਜਿਹੀ ਬਾਤ ਆ, ਇਹ ਜਿਹੜੀ ਬਿਲੀਵ ਸਿਸਟਮ 'ਤੇ ਬਾਤ ਕੀਤੀ, ਚਲੋ ਕਿਸੇ ਦਾ ਆਪਣਾ, ਉਹਨੂੰ ਆਪਣਾ ਮੁਬਾਰਕ ਹੋਏ। ਸਾਡਾ ਬੜਾ ਰੀਸੈਂਟ ਆ, ਬੜਾ ਲੇਟੈਸਟ ਆ, ਅਤੇ ਬੜਾ ਪਰਖਿਆ ਹੋਇਆ ਬਿਲਕੁਲ ਸਿੱਧੇ ਤੌਰ 'ਤੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਕੀਤੀ, ਉਹਨਾਂ ਕਿਹਾ ਆਹ ਬਿਲੀਵ ਸਿਸਟਮ ਤੈਨੂੰ ਦੇ ਰਿਹਾ, ਫੋਲੋ ਕਰੀ ਉਹਨੂੰ। ਫੋਲੋ ਕੀਤਾ। ਉਸ ਬਿਲੀਵ ਸਿਸਟਮ ਨੇ 10 ਜਾਮਿਆਂ ਦੇ ਵਿੱਚ ਇੱਕ ਖਾਲਿਸ, ਪਿਓਰ, ਬਿਲਕੁਲ ਪਿਓਰ ਇਨਸਾਨ ਬਣਾ ਕੇ ਰੱਖਦਾ ਤਾ। ਕਿਆ ਕਮਾਲ ਹੈ। ਜੇ ਇਹੋ ਜਿਹੇ ਗੁਰੂ ਦੇ ਨਾਲ ਤੁਹਾਡੀ ਐਸੋਸੀਏਸ਼ਨ ਹੋ ਜਾਏ, ਇਹੋ ਜਿਹੇ ਇੰਸਟੀਟਿਊਸ਼ਨ ਨਾਲ, ਦੈਨ ਰੱਬ ਕਿੱਥੇ ਦੂਰ ਜਾਏਗਾ। ਅਸੀਂ ਬਾਣੀ 'ਚ ਸ਼ਬਦ ਪੜ੍ਹਦੇ ਹਾਂ ਕਿ ਮੇਰੀ ਹੁਣ ਠਾਕੁਰ ਨਾਲ ਬਾਣੀ ਆਈ ਹੈ, ਅਤੇ ਮੈਨੂੰ ਇਹ ਸਮਝ ਆ ਗਈ ਹੈ ਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਦੇਵ। ਐਕਚੁਅਲ ਲੈਵਲ 'ਤੇ ਰਿਲੇਸ਼ਨਸ਼ਿਪ ਹੀ ਐਸੀ ਬਣ ਚੁੱਕੀ ਹੈ, ਜੋ ਮੈਂ ਉਹਦੇ ਤੋਂ ਮੰਗਦਾ ਹਾਂ ਉਹ ਮੈਨੂੰ ਪ੍ਰੋਵਾਈਡ ਕਰਦਾ, ਦਿੰਦਾ ਆ ਮੈਨੂੰ। ਇੱਕ ਮੇਰੇ ਗੁਰੂ ਨੇ ਮੇਰੇ ਅੰਦਰ ਇੱਕ ਬਿਲੀਵ ਸਿਸਟਮ ਜਿਹੜਾ ਹੈਗਾ ਉਹ ਇਜਾਦ ਕਰ ਦਿੱਤਾ ਹੈਗਾ। ਇਹ ਤਾਂ ਸਾਹਿਬ ਨੇ ਬਿਆਨ ਕੀਤਾ ਇਹਦੇ ਵਿੱਚ, ਗ੍ਰਹਿ ਵਸ ਗੁਰ ਕੀਨਾ। ਮੇਰੇ ਗੁਰੂ ਨੇ ਮੈਨੂੰ ਦੱਸ ਦਿੱਤਾ, ਡੋਂਟ ਵਰੀ, ਜਿਹੜੀ ਮਿਜ਼ਰੇਬਲ ਜਾਂ ਮਿਜ਼ਰੀ ਹੈ, ਦੈਟ ਕੈਨ ਨੋਟ ਐਕਚੁਅਲੀ ਓਵਰਟੇਕ ਯੂਰ ਐਨਰਜੀ। ਨੋ, ਯੂ ਆਰ ਐਕਚੁਅਲੀ, ਤੂੰ ਉਸ ਲੈਵਲ ਤੇ ਬਹੁਤ ਜ਼ਿਆਦਾ ਸਿਆਣਾ ਤੇ ਚੰਗਾ ਹੋ ਸਕਦਾ ਆ। ਰੱਬ ਤੇਰੇ ਅੰਗ ਸੰਗ ਆ, ਘਬਰਾ ਨਾ। ਵਕਾਰ ਤੇ ਬੜੀ ਛੋਟੀ ਜਿਹੀ ਚੀਜ਼ ਆ, ਵਕਾਰਾਂ ਤੇ ਤੂੰ ਜੇਤੂ ਹੋ ਸਕਣਾ ਆ। ਇੱਥੋਂ ਗ੍ਰਹਿ ਵਸਿਆ। ਅੱਖਾਂ ਨੂੰ ਜਿਹੜੇ ਪਾਸੇ ਲਾਣਾ ਚਾਹੇ ਲਾ ਸਕਦਾ ਆ, ਕੰਨਾਂ ਨੂੰ ਜਿਹੜੇ ਪਾਸੇ ਲਾਣਾ ਚਾਹੇ ਲਾ ਸਕਦਾ ਆ, ਜੀਭ ਨੂੰ ਜਿਹੜੇ ਪਾਸੇ ਲਾਣਾ ਚਾਹੇ ਲਾ ਸਕਦਾ ਹੈ। ਇਹ ਸਾਰਾ ਪਰਿਵਾਰ ਜਿਹੜਾ ਆ, ਇਹਨੂੰ ਬਿਲਕੁਲ ਅਲਾਈਨ ਕਰ ਸਕਣਾ ਤੂੰ ਇੱਕ ਡਿਸਿਪਲਿਨ ਦੇ ਵਿੱਚ। ਗ੍ਰਹਿ ਵਸ ਕੀਨਾ, ਇਹ ਜਿਹੜਾ ਹੈ ਗ੍ਰਹਿ ਅਸਲ ਰੂਪ ਦੇ 'ਚ ਹੋਇਆ। ਗ੍ਰਹਿ ਵਸ ਗੁਰ ਕੀਨਾ, ਹਉ ਘਰ ਕੀ ਨਾਰ। ਤੇ ਇਹਦੇ ਨਾਲ ਨੈਕਸਟ ਲੈਵਲ ਇਹ ਹੋ ਗਿਆ, ਮੈਨੂੰ ਰੱਬ ਪਰਮੇਸ਼ਰ ਜਿਹੜਾ ਸੀ ਅਕਾਲ ਪੁਰਖ ਵਾਹਿਗੁਰੂ, ਉਹ ਮੈਨੂੰ ਪਤੀ ਦੇ ਰੂਪ ਵਿੱਚ ਮਿਲ ਗਿਆ।
ਹੁਣ ਮੈਂ ਉਹਦੀ ਨਾਰ, ਨਾਰ ਦਾ ਮਤਲਬ ਇੱਥੇ ਹੈ ਹੁਕਮ ਮੰਨਣ ਵਾਲਾ। ਮੈਂ ਉਹਦਾ ਹੁਕਮੀ ਹੋ ਗਿਆ ਵਾਂ, ਮੈਂ ਉਹਦੇ ਹੁਕਮ ਨੂੰ ਪਾਲਣ ਲੱਗ ਗਿਆ ਵਾਂ। ਉਹਦੀ ਬਾਤ ਹੋਈ 10 ਦਾਸੀ ਕਰ ਦਿਨੀ ਪਤਹਾਰ। 10 ਦਾਸੀ, 10 ਦਾਸੀਆਂ ਆ ਜਿਹੜੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ, 10 ਤੇ 10 ਇਹ ਬਿਲਕੁਲ ਹੁਣ ਦਾਸ ਬਣ ਗਏ। ਹਾਲਾਂਕਿ ਬਾਣੀ ਵਿੱਚ ਬਹੁਤ ਸਾਰੀ ਐਗਜ਼ਾਮਪਲਸ ਨੇ। ਭਗਤ ਕਬੀਰ ਜੀ ਦਾ ਅਸੀਂ ਸ਼ਬਦ ਪੜ੍ਹਦੇ ਹਾਂ, ਅੱਜ ਮੌਤ ਦਾ ਡਰ ਸਭ ਤੋਂ ਵੱਡਾ ਡਰ ਹੈ ਬੰਦੇ ਲਈ। ਮੈਂ ਤਾਂ ਕਈ ਵਾਰੀ ਕਹਿੰਦੇ ਇੱਥੇ ਬੈਠ ਕੇ ਬੰਦਾ ਬੜੀਆਂ ਵੱਡੀਆਂ ਗੱਲਾਂ ਕਰ ਸਕਦਾ, ਕਹਿ ਸਕਦਾ ਨਹੀਂ ਨਹੀਂ ਮਰਨ ਤੋਂ ਕੋਈ ਡਰਨਾ ਨਹੀਂ ਚਾਹੀਦਾ, ਇਹ ਤਾਂ ਆਤਮਾ ਪਰਮਾਤਮਾ ਦੀ ਖੇਡ ਹੈ, ਆਤਮਾ ਅਮਰਿਆ ਅਤੇ ਬੰਦਾ ਜਿਹੜਾ ਇਹਦੇ 'ਚ ਕਿਹੜਾ ਆਮ ਕਰਕੇ ਤੇ ਗਿਆਨ ਇਹੋ ਜਿਹਾ ਪੜ੍ਹਦੇ ਸੁਣਦੇ ਆਲੇ ਦੁਆਲੇ। ਅਤੇ ਮੈਂ ਕਹਿੰਦਾ ਕਿ ਇੱਥੇ ਬੈਠਿਆਂ 2-4 ਛਿੱਕਾਂ ਹੇਠ ਉੱਤੇ ਆ ਜਾਣ, ਥੋੜ੍ਹੀ ਜਿਹੀ ਖੰਘ ਜ਼ੋਰ ਲਾ ਕੇ ਆਉਣੀ ਹੋ ਜਾਏ ਸ਼ੁਰੂ, ਉਹਨੇ 'ਚ ਗਿਆਨ ਸਾਰਾ ਦਿਮਾਗ 'ਚ ਨਿਕਲ ਜਾਣਾ, ਫਿਕਰ ਪੈ ਜਾਣਾ ਵੀ ਮਾਰੇ ਕਿਤੇ ਵਾਕਿਆ 'ਚ ਯਾਦ ਨਹੀਂ ਗਿਆ, ਕਿਤੇ ਅਗਲੀ ਵਾਰੀ ਮੇਰੀ ਲੱਗ ਗਈ ਇਸ ਰੂਪ ਦੇ। ਦੈਟ ਇਜ਼ ਇਹ ਐਟਲੀ ਬੰਦੇ 'ਚ ਇੱਕ ਸਹਿਮ ਡਰ ਇਸ ਲੈਵਲ 'ਤੇ ਬੈਠਾ ਹੈ। ਕਿਆ ਜਿਹੜੀ ਸਿੰਪਲ ਬਾਤ ਕਰਨ ਲੱਗਾ ਸੀਗਾ ਉਹਦੇ 'ਚ ਹੈਗਾ ਕਿ ਬੰਦਾ ਇਸ ਸਰੀਰ ਨੂੰ ਛੱਡਣਾ ਨਹੀਂ ਚਾਹੁੰਦਾ। ਬੰਦਾ ਇਹ ਦੁਨੀਆ ਇਸੇ ਤਰੀਕੇ ਨਾਲ ਕਹਿੰਦਾ ਵੀ ਇਹ ਮੇਲੇ ਐਵੇਂ ਹੀ ਲੱਗੇ ਰਹਿਣਾ, ਐਵੇਂ ਸੰਸਾਰ ਬਣਿਆ ਰਹੇ, ਮੈਂ ਠੀਕ ਠਾਕ ਰਹਾਂ ਇਸ ਤਰੀਕੇ ਨਾਲ। ਪਰ ਗੁਰੂ ਗ੍ਰੰਥ ਸਾਹਿਬ 'ਚ ਕੁਝ ਇਹੋ ਜਿਹੀਆਂ ਰੂਹਾਂ ਨੇ, ਜਿਵੇਂ ਭਗਤ ਕਬੀਰ ਜਿਹਨਾਂ ਦਾ ਸ਼ਬਦ ਪੜ੍ਹਦੇ ਹੋ, ਬਾਬਾ ਅਬ ਨਾ ਬਸੋ ਇਹ ਗਾਉਂ, ਨਾ 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 ਇਹ ਗ੍ਰਹਿ ਪਿੰਡ ਦੁਬਾਰਾ ਨਾ ਵਸੇ, ਬਸ ਇਹ ਗਾਂਵ ਨਹੀਂ ਵਸਣਾ ਚਾਹੀਦਾ ਮੈਨੂੰ, ਮੈਂ ਇਸ ਗਾਂਵ ਦਾ ਕੀ ਕਰਨਾ ਹੈ। ਬਾਬਾ ਅਬ ਨਾ ਬਸੋ ਇਹ ਗਾਉਂ, ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੋ ਨਾ। ਇਹ ਸ਼ਬਦ ਜਿੱਥੋਂ ਸ਼ੁਰੂ ਹੁੰਦਾ ਹੈ ਉਹ ਬਚਨ ਇਹ ਹੈ ਵੀ ਦੇਹੀ ਗਾਮ ਜਿਉ ਧਰ ਮਹਿਤੋ ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਣੂ ਰਸਪਤ ਇੰਦਰੀ ਕਹਿ ਨਾ ਮਾਨਾ, ਬਾਬਾ ਅਬ ਨਾ ਬਸੋ ਇਹ ਗਾਉਂ। ਕਹਿੰਦੇ ਵੀ ਦੇਹੀ ਗਾਮ ਜਿਉ ਧਰ ਮਹਿਤੋ। ਆਪ ਇਤਿਹਾਸ ਵਿੱਚ ਪੜ੍ਹੋਗੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਲਾਸਟ ਨੇਮ, ਜਿਹੜਾ ਪੰਡਤ ਦੇ ਬਣਾਏ ਹੋਏ ਸੋਸ਼ਲ ਸਟਰਕਚਰ ਦੇ ਵਿੱਚ ਉਹਦੇ ਅੰਦਰ ਬਣਦਾ ਹੈ, ਉਹ ਬਣਦੀ ਖੱਤਰੀ ਬਰਾਦਰੀ ਅਤੇ ਲਾਸਟ ਨੇਮ ਬਣਦਾ ਹੈ ਬੇਦੀ। ਇਹੀ ਪੜ੍ਹਦੇ ਹਾਂ ਨਾ ਅਸੀਂ। ਸਿੱਖੀ ਇਸ 'ਤੇ ਚੀਜ਼ਾਂ ਨਹੀਂ ਹੈਗੀਆਂ। ਸਿੱਖ ਦਾ ਮਤਲਬ ਸਿੱਖ ਹੈ, ਦੈਟਸ ਇਟ। ਪਰ ਜਿਹੜਾ ਪਿੱਛੋਂ ਸਟਰਕਚਰ ਤੁਰਿਆ ਹੁੰਦਾ। ਪਰ ਆਪ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਨਾਮ ਆਪ ਪੜ੍ਹਦੇ ਹੋ ਜਾਂ ਬੱਚਿਆਂ ਨੂੰ ਸਿਖਾਉਂਦੇ ਹੋ ਅਤੇ ਤੁਸੀਂ ਇਹ ਪੜ੍ਹਾਉਂਦੇ ਹੋ, ਜ਼ਿਆਦਾਤਰ ਤੇ ਲੋਕ ਕਹਿੰਦੇ ਨੇ ਮਹਿਤਾ ਕਾਲੂ ਜੀ, ਜੇ ਪੂਰਾ ਨਾਮ ਲਵਾਂਗੇ ਤਾਂ ਮਹਿਤਾ ਕਲਿਆਣ ਦਾਸ ਜੀ। ਮਹਿਤਾ ਕਲਿਆਣ ਦਾਸ ਜੀ ਪੁੱਤਰ ਨੇ ਮਹਿਤਾ ਸੇਵਾ ਰਾਮ ਜੀ। ਇਸ ਤਰ੍ਹਾਂ ਤਵਾਰੀਖ ਦਾ ਉਹ ਕੁਰਸੀਨਾਮਾ ਚੱਲਦਾ ਅੱਗੇ ਇਸ ਢੰਗ ਦੇ ਨਾਲ। ਠੀਕ ਹੈ ਜੀ। ਬਾਬਾ ਨਾਨਕ ਜੀ ਦੇ ਖਾਨਦਾਨ ਨੂੰ ਮਹਿਤਿਆਂ ਦਾ ਖਾਨਦਾਨ ਕਿਹਾ ਜਾਂਦਾ ਹੈ। ਇਹ ਕਿਉਂ? ਉਹ ਤਾਂ ਬੇਦੀ ਸੀ, ਮਹਿਤੇ ਕਿਉਂ ਫਿਰ? ਐਕਚੁਅਲ ਲੈਵਲ 'ਤੇ ਜਦੋਂ ਤੁਸੀਂ ਲਿਟਰੇਚਰ ਕੁਰੇਦਦੇ ਹੋ ਤਾਂ ਪਤਾ ਇਹ ਲੱਗਦਾ ਕਿ ਜਿਹੜੇ ਲੋਕ ਪਟਵਾਰਖਾਨੇ ਦਾ, ਮਾਲ ਮਹਿਕਮੇ ਦਾ ਹਿਸਾਬ ਕਿਤਾਬ ਜਾਣਦੇ ਸੀ, ਬਹੁਤ ਇਹ ਬੜਾ ਕੰਪਲੈਕਸ ਮੈਥ ਅਤੇ ਕੰਪਲੈਕਸ ਸਾਰੇ ਦੇ ਸਾਰੇ ਇਹ ਜਿਹੜਾ ਸਬਜੈਕਟ ਸੀਗਾ, ਇਹਦੇ ਬਾਰੇ ਜਿਹੜੇ ਵਾਕਿਫ ਹੁੰਦੇ ਸੀਗੇ ਖਾਨਦਾਨ, ਉਹ ਖਾਨਦਾਨ ਫਿਰ ਆਪਣੇ ਬੱਚਿਆਂ ਨੂੰ ਸਿਖਾਉਂਦੇ ਸੀ ਇਸ ਤਰੀਕੇ ਦੇ ਨਾਲ। ਖਸਰੇਕਾਰੀ ਸਾਰੀ ਜਿਹਨੂੰ ਕਹਿੰਦੇ ਸੀਗੇ, ਉਹਨਾਂ ਦਾ ਫਿਰ ਉਹਨਾਂ ਨੂੰ ਆਮ ਕਰਕੇ ਜਿਹੜਾ ਸੰਸਾਰ ਦੇ ਵਿੱਚ ਇਹ ਆਵਾਜ਼ ਦਿੱਤੀ ਜਾਂਦੀ ਸੀ, ਇਹ ਮਹਿਤੋ ਨੇ। ਇਹਨਾਂ ਨੂੰ ਪਟਵਾਰਖਾਨੇ ਦੀ, ਮਾਲ ਮਹਿਕਮੇ ਦੀ ਸਮਝ ਹੈ। ਇਹਨਾਂ ਨੂੰ ਪਤਾ ਹੈ ਖਸਰੇ ਕਿਵੇਂ ਪੜ੍ਹੇ ਜਾਣੇ ਨੇ। ਮੈਪਿੰਗ ਤੋਂ ਲੈ ਕੇ ਸਾਰੀ ਦੀ ਸਾਰੀ ਜ਼ਮੀਨ ਦੀ ਨੰਬਰ ਤੇ ਸਾਰੇ ਤੇ ਉਹਨਾਂ ਦੀ ਨਾਲ ਸਾਰਾ ਫਸਲ ਵਗੈਰਾ ਦਾ ਹਿਸਾਬ ਕਿਤਾਬ ਸਭ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ ਨਾ। ਅਕਸਰ ਕੋਈ ਕਿਸੇ ਜਗੀਰਦਾਰ ਕੋਲ ਨੌਕਰੀ ਪ੍ਰਾਪਤ ਕਰਨ ਵਾਸਤੇ ਜਾਂਦਾ ਸੀਗਾ ਤੇ ਉਹ ਪੁੱਛਦਾ ਸੀਗਾ ਵੀ ਕਿਸ ਕਿਸਮ ਦਾ ਕੰਮ ਲੱਭ ਰਹੇ ਆ। ਉਹ ਕਹਿੰਦਾ ਜੀ ਹਮ ਜੀ ਮਹਿਤੋਂ ਹੈ। ਉਹ ਕਹਿੰਦਾ ਠੀਕ ਹੈ ਫਿਰ ਆ ਜਾ, ਜੇ ਮਹਿਤੋਂ ਹੈ ਤਾਂ ਫਿਰ ਠੀਕ ਹੈ, ਫਿਰ ਇਹਨੂੰ ਮਾਲ ਮਹਿਕਮੇ ਦਾ ਕੰਮ ਦਿਓ ਕਿਉਂਕਿ ਇਹ ਜਾਣਦਾ ਸਾਰਾ ਕੁਛ। ਇਹ ਜਿਹੜਾ ਬਚਨ ਆਇਆ ਬਾਬਾ ਕਬੀਰ ਜੀ ਨੇ ਬਿਆਨ ਕੀਤਾ, ਕਹਿੰਦੇ ਦੇਹੀ ਗਾਮ ਜਿਉ ਦਰ ਮਹਿਤੋ। ਜਦੋਂ ਇਸ ਦੇਹੀ ਪਿੰਡ ਨੂੰ, ਗਾਮ ਨੂੰ ਮੇਰੀ ਜਿੰਦ ਮਹਿਤੋ ਬਣ ਕੇ, ਹਿਸਾਬੀ ਕਿਤਾਬੀ ਬਣ ਕੇ ਗੋਖਦੀ ਪੜਤਾਲਦੀ ਹੈ ਨਾ, ਜੋ ਪਟਵਾਰੀ ਦੀ ਤਰ੍ਹਾਂ ਜਦੋਂ ਸਾਰਾ ਹਿਸਾਬ ਕਿਤਾਬ ਹੁੰਦਾ ਆ, ਫਿਰ ਪਤਾ ਲੱਗਦਾ ਆਪਣੇ ਤੇ ਪੱਲੇ ਕੁਝ ਨਹੀਂ ਪੈ ਰਿਹਾ। ਦੇਹੀ ਗਾਮ ਜਿਉ ਦਰ ਮਹਿਤੋ ਬਸੈ ਪੰਚ ਕਿਰਸਾਨਾ। ਇਸ ਨਗਰੀ ਦੇ ਵਿੱਚ 5 ਮਜਾਰੇ ਆ ਕੇ ਵਸ ਗਏ ਨੇ ਬਿਨਾਂ ਬੁਲਾਏ, ਅਨਵਾਂਟਿਡ। There are 5 guests which I never invite, but they own this whole actually village without my permission. ਉਹ 5 ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹਨਾਂ 5 ਨੇ ਕੀ ਕੀਤਾ ਹੈ? ਜਿਹੜੇ ਅਸਲ ਪਿੰਡ ਦੇ ਵਸਨੀਕ ਨੇ ਉਹ ਸਾਰੇ ਵਿਗਾੜਤੇ ਨੇ। ਉਹ ਸਾਰੇ ਦੇ ਸਾਰੇ ਜਿਹੜਾ ਅਸਲ ਪਿੰਡ ਦਾ ਕੰਮ ਕਰਨ ਵਾਲਾ ਕੋਈ ਵੀ ਨਹੀਂ ਕਰਦੇ, ਉਹ ਕਿਸੇ ਹੋਰ ਕੰਮ ਲੱਗ ਗਏ ਨੇ। ਦੇਹੀ ਗਾਮ ਜਿਉ ਦਰ ਮਹਿਤੋ ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿ ਨਾ ਮਾਨਾ। ਨੈਨੂ ਨੈਣ, ਅੱਖਾਂ ਨਹੀਂ ਲੱਗਦੀਆਂ। ਬੀਤੇ ਕੱਲ੍ਹ ਵੀ ਬੇਨਤੀ ਕਰ ਰਿਹਾ ਸੀਗਾ, ਪਾਠ ਕਰਨਾ ਹੋਏ
ਤੇ ਬੰਦਾ ਪਾਠ ਗੁਟਕਾ ਲੈ ਕੇ ਫਟਦਾ ਤੇ ਕਈ ਵਾਰੀ ਸੋਚਦਾ ਓਹੋ ਇਹ ਕਦੋਂ ਨਿਬੜੇਗਾ ਕੰਮ। ਇਹੀ ਅੱਖਾਂ ਟੀਵੀ ਦੀ ਸਕਰੀਨ ਦੇ ਮੂਹਰੇ ਬਹਿ ਜਾਣ। ਜਾਂ ਛੱਡੋ ਪਰ ਅੱਜ ਪਾਠ ਦਾ ਸਾਡਾ ਸਕਰੀਨ ਵੀ ਸਾਡਾ ਫੋਨ ਹੀ ਹੋ ਗਿਆ, ਤੇ ਸਾਰੀ ਇੰਟਰਟੇਨਮੈਂਟ ਦੀ ਸਕਰੀਨ ਵੀ ਫੋਨ ਹੀ ਹੋ ਗਿਆ। ਉਹੀ ਫੋਨ ਜਿਹਦੇ ਉੱਤੇ ਤੁਸੀਂ ਹੋਰ ਸੋਸ਼ਲ ਮੀਡੀਆ ਤੇ ਹੋਰ ਸਭ ਦੇਖ ਰਹੇ ਹੋ, ਟਾਈਮ ਦਾ ਹੀ ਨਹੀਂ ਪਤਾ ਹੈਗਾ। ਉੱਥੇ ਪਾਠ ਕਰਦਿਆਂ ਅੱਖਾਂ ਐਨ ਟਾਇਰਡ ਹੋ ਜਾਂਦੀਆਂ, ਪਤਾ ਨਹੀਂ ਕੀ ਹੋ ਗਿਆ ਇਸ ਤਰੀਕੇ ਨਾਲ, ਅੱਖਾਂ ਅੱਖੇ ਲੱਗਦੀਆਂ। ਨੈਨੂ ਨਕਟੂ ਨਾਸਕਾ। ਹੁਣ ਤੇ ਕੋਵਿਡ-19 ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਤੇ ਹੁਣ ਇਹ ਮੰਨਿਆ ਜਾ ਰਿਹਾ ਹੈ, ਜਿਹੜੇ ਐਂਥਰੋਪੋਲੋਜੀ ਦੇ ਐਕਸਪਰਟਸ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਨਿਊ ਨਾਰਮ ਹੋਏਗਾ ਉਹ ਟੋਟਲੀ ਡਿਫਰੈਂਟ ਹੋਏਗਾ। ਸ਼ਾਇਦ ਅਸੀਂ ਕਦੀ ਉਸ ਲੈਵਲ 'ਤੇ ਨਾ ਜਾ ਸਕਾਂਗੇ ਜਿਵੇਂ ਪਹਿਲਾਂ ਕਦੇ ਹੁੰਦਾ ਸੀਗਾ। ਵੱਡੇ ਵੱਡੇ ਇਕੱਠ ਹੋ ਰਹੇ ਨੇ, ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਲੋਕ ਇਕੱਠੇ ਹੋ ਰਹੇ ਨੇ, ਸ਼ਾਇਦ ਇਹ ਨਾ ਹੋ ਸਕੇ। ਹੁਣ ਜਿਹੜਾ ਆ ਬੜੀਆਂ ਸਮੌਲ ਗੈਦਰਿੰਗਸ ਹੋਣਗੀਆਂ, ਹਾਈਜੀਨ ਦਾ ਖਿਆਲ ਰੱਖਿਆ ਜਾਏਗਾ, ਐਂਡ ਇੱਕ ਨਵਾਂ ਨਾਰਮ ਜਿਹੜਾ ਆਏਗਾ ਹੁਣ ਇਸ ਤਰੀਕੇ ਦੇ ਨਾਲ। ਕਿਉਂਕਿ ਬੰਦੇ ਦੇ ਇਹ ਇਕੱਲਾ ਇਹ ਕੋਵਿਡ-19 ਦੀ ਗੱਲ ਨਹੀਂ ਹੈ, ਇਸ ਤੋਂ ਬਾਅਦ ਜਿਹੜਾ ਵਾਇਰਸ ਇਫੈਕਟ ਆ, ਕਿਉਂਕਿ ਲੋਕਾਂ ਦੀ ਇਮਿਊਨਿਟੀ ਲੈਵਲ ਘਟਦਾ ਲਗਾ ਜਾ ਰਿਹਾ। ਸੈਕਿੰਡ ਲੈਵਲ ਦੇ ਉੱਤੇ ਜਿਹੜੀਆਂ ਚੀਜ਼ਾਂ ਅੱਗੇ ਅੱਗੇ ਸ਼ਾਇਦ ਆਉਣਗੀਆਂ ਬੜੀਆਂ ਫੈਟਲ ਹੋਣਗੀਆਂ। they are going to create actually more, you can say, a mortal effect on human. So that's why society has to be aware about it. So ਇਹ ਇੱਕ ਤਰ੍ਹਾਂ ਦੇ ਨਾਲ ਇਸ ਕਿਸਮ ਦੀਆਂ ਚੀਜ਼ਾਂ ਵੀ ਆ ਰਹੀਆਂ ਉਸ ਢੰਗ ਦੇ ਨਾਲ। ਪਰ ਹੁੰਦਾ ਕੀ ਹੈ, ਕੋਈ ਵੀ ਜਗ੍ਹਾ ਆ, ਹੁਣ ਆਪ ਗੁਰਦੁਆਰਾ ਸਾਹਿਬ ਆਉਂਦੇ ਹੋ, ਗੁਰਦੁਆਰਾ ਸਾਹਿਬ ਦਾ ਇਕੱਠ ਹੈ, ਇੱਥੋਂ ਦਾ ਰਹਿਣ ਬਹਿਣ, ਇਹਦੀ ਇੱਕ ਇੰਟੋਨੇਸ਼ਨ ਹਮਕ ਆ, ਉਹ ਹਮਕ ਨਾਸਕਾ ਦੇ ਵਿੱਚ ਹੈ। ਜਿਵੇਂ ਸਪੋਜ਼ ਕਰੋ ਜਿਨ੍ਹਾਂ ਨੂੰ ਗੁਰਦੁਆਰੇ ਨਾਲ ਸਾਂਝ ਆ, ਉਹ ਨਾ ਚਾਹੁੰਦੇ ਹੋਏ ਵੀ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਰੋਕ ਨਹੀਂ ਪਾਉਂਦੇ। ਉਹ ਉਹਨਾਂ ਨੂੰ ਵੀ ਚਲੋ ਮੱਥਾ ਟੇਕੀ ਜਾਂਦੇ ਆ, ਮੜ ਜਾ ਹੋ ਜਾਂਦੇ ਆ, 10 ਮਿੰਟ ਬੈਠ ਜਾਂਦੇ ਆ। ਅੰਦਰ ਇੱਕ ਇੱਛਾ ਜੀ ਇਸ ਕਿਸਮ ਦੇ ਨਾਲ, ਕਿਉਂਕਿ ਇੱਕ ਲਗਨ ਲੱਗੀ ਨਾਲ। ਐਗਜ਼ੈਕਟਲੀ ਜਿਨ੍ਹਾਂ ਲੋਕਾਂ ਨੂੰ ਹੋਰ ਮਹਿਫਲਾਂ ਵਗੈਰਾ ਚੰਗੀਆਂ ਲੱਗਦੀਆਂ ਨੇ, ਕਿਤੇ ਪਾਰਟੀ ਹੈ, ਕਿਤੇ ਸਿਨੇਮਾ ਆ, ਕਿਤੇ ਉਹਦੀ ਆਪਣੀ ਹਮਕ ਆ, ਦੇ ਕੈਨ ਨੋਟ ਐਕਚੁਅਲੀ ਰਜਿਸਟਰ ਫਰੋਮ ਦੈਟ ਕਾਈਂਡ ਆਫ ਐਕਟੀਵਿਟੀਜ਼। ਸੋ ਇਹ ਕੀ ਹੈ, ਨੈਨੂ ਨਕਟੂ ਨਾਸਕਾ। ਬੱਚੇ ਕਈ ਵਾਰ ਤੁਸੀਂ ਦੇਖਿਆ ਹੋਣਗੇ, ਉਹਨਾਂ ਨੂੰ ਕਹੋ ਗੁਰਦੁਆਰਾ ਸਾਹਿਬ ਚਲੀ, ਨੋ ਆਈ ਡੋਂਟ ਵਾਂਟ ਟੂ ਗੋ। ਉਹਨਾਂ ਨੂੰ ਕਹੋ ਅੱਛਾ ਚੱਲ ਫਿਰ ਇੱਕ ਕੰਮ ਕਰ, ਸਿਨੇਮਾ ਚੱਲਦੇ, ਲੈਟਸ ਗੋ। ਰੀਜ਼ਨ ਕੀ ਹੈ, ਗੈਦਰਿੰਗ ਲਾਈਕ ਤੇ ਕਰਦਾ, ਪਰ ਗੁਰਦੁਆਰੇ ਵਾਲੀ ਨਹੀਂ, ਸੋਫੋਕੇਸ਼ਨ ਹੁੰਦੀ, ਘੁਟਨ ਹੁੰਦੀ ਹੈ ਨਾਸਕਾ। ਉੱਥੇ ਦੂਸਰੀ ਜਗ੍ਹਾ ਉੱਥੇ ਨਹੀਂ ਹੁੰਦੀ। ਇਹ ਹੈ ਹਮਕ ਵੀ ਇੱਕ ਬੰਦੇ ਨੂੰ ਪਸੰਦ ਆਉਂਦੀ ਹੈ। ਬਾਬਾ ਕਬੀਰ ਜੀ ਕਹਿੰਦੇ ਇਹ ਇੰਦਰੇ ਮੈਨੂੰ ਲੱਗੇ ਨੇ, ਮੇਰੇ ਪਿੰਡ 'ਚ ਰਹਿੰਦੇ ਨੇ, ਮੇਰੇ ਆਖੇ ਨਹੀਂ ਲੱਗਦੇ। ਇਹ ਸ਼ਬਦ ਵੀ ਗੁਰੂ ਅਰਜਨ ਸਾਹਿਬ ਇਹ ਬਿਆਨ ਕਰਦੇ, ਕਹਿੰਦੇ ਹੁਣ ਇੱਕ ਹਾਲਾਤ ਐਸੇ ਬਣੇ ਗੁਰੂ ਦੀ ਸਿੱਖਿਆ ਕਿਰਪਾ ਦੇ ਨਾਲ, ਇਹ ਇੰਦਰੇ ਆਖੇ ਲੱਗ ਗਏ ਨੇ। ਹੁਣ ਇਹਨਾਂ ਨੇ ਜੋ ਕਰਨਾ ਚਾਹੀਦਾ ਉਹ ਕਰ ਰਹੇ ਨੇ। ਇਹਦਾ ਇੱਥੇ ਬਚਨ ਆ ਰਿਹਾ ਹੈਗਾ, ਇੱਥੇ ਜ਼ਿਕਰ ਆ ਰਿਹਾ, 10 ਦਾਸੀ ਕਰ ਦੀਨੀ ਪਤਾਰ। ਦਾਸੀਆਂ ਦਾ ਦਾਸ ਬਣਾ ਦੇਣੇ, ਇਹ ਮੇਰੇ ਦਾਸ ਬਣ ਗਏ ਨੇ। ਹੁਣ ਅੱਖਾਂ ਬਾਗੀ ਨਹੀਂ ਹੁੰਦੀਆਂ, ਹੱਥ ਬਾਗੀ ਨਹੀਂ ਹੁੰਦੇ, ਹੁਣ ਆਪਣਾ ਆਪਾ ਬਾਗੀ ਨਹੀਂ ਹੁੰਦਾ। ਬੰਦਾ ਐਕਚੁਅਲ ਲੈਵਲ 'ਤੇ ਇਹ ਹੈ ਜਿੱਥੇ ਜਾ ਕੇ ਬੰਦੇ ਨੇ ਇੱਕ ਲੈਵਲ ਅਚੀਵ ਕਰ ਲਿਆ ਹੈ। ਦੇਖੋ ਇਹ ਇਨਸਾਨੀ ਜ਼ਿੰਦਗੀ ਹੈ, ਜੋ ਚਾਹੇ ਕਰ ਸਕਦੀ ਹੈ, ਕੋਈ ਸ਼ੱਕ ਨਹੀਂ ਹੈਗਾ। ਐਬਿਲਿਟੀ ਇਹਨੇ ਦਿੱਤੀ ਕੁਦਰਤ ਨੇ ਇਹਨੂੰ, ਬਸ ਥਾਟ ਅਲਾਈਨ ਹੋਣ ਦੀ ਢੇਰ ਆ। ਤੁਹਾਡਾ ਆਪਣੇ ਆਪ ਨੂੰ ਉਸ ਪਾਸੇ ਨੂੰ, ਆਪਣੀ ਐਨਰਜੀ ਨੂੰ ਡਾਇਵਰਟ ਕਰਨ ਦੀ, ਉਸ ਪਾਸੇ ਨੂੰ ਜਿਹੜਾ ਜਸਟ ਉਸ ਚੀਜ਼ ਨਾਲ ਅੰਗੇਜ ਕਰਨ ਦੀ ਲੋੜ ਆ। ਇਹ ਸਾਹਿਬ ਨੇ ਉਹਦੀ ਬਾਤ ਕੀਤੀ ਇਹਦੇ ਵਿੱਚ, ਕਿਆ ਸਗਲ ਸਮੱਗਰੀ ਮੈਂ ਘਰ ਕੀ ਜੋੜੀ। ਹੁਣ ਮੈਂ ਘਰ ਜੋੜ ਲਿਆ, ਸਾਰਾ ਬਣਾ ਲਿਆ। ਸਾਰਾ ਘਰ ਬਣਾਉਣਾ, ਇਸ ਪਿੰਡ 'ਚ ਰਹਿੰਦਿਆਂ ਮੈਂ ਆਪਣੀ ਪੂਰੀ ਦੀ ਪੂਰੀ ਸੈਲਵੇਸ਼ਨ ਜਿਹੜੀ ਆ ਉਹ ਜਨਰੇਟ ਕਰਨ ਵਾਸਤੇ ਐਫਰਟ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਸਗਲ ਸਮੱਗਰੀ ਮੈਂ ਘਰ ਕੀ ਜੋੜੀ, ਆਸ ਪਿਆਸੀ ਪਿਰਕੋਂ ਲੋੜੀ। ਆਸ ਪਿਆਸੀ ਮੇਰੇ 'ਚ ਇੱਕ ਬੜੀ ਵੱਡੀ ਇੱਕ ਪਿਆਸ ਆ, ਇੱਕ ਇੱਛਾ ਆ, ਇੱਕ ਵਿਸ਼ ਆ ਮੇਰੀ। ਪਿਰਕੋ ਲੋੜੀ, ਮੇਰਾ ਪਿਰ ਮੈਨੂੰ ਮਿਲ ਜਾਇਆ। ਕਿ ਹੁਣ ਪਿਰਕੋ ਲੋੜੀ ਦਾ ਮਤਲਬ ਇਹ ਹੈ, ਅਸੀਂ ਇਨਸਾਨ ਬਣ ਕੇ ਆਏ ਹਾਂ ਧਰਤੀ 'ਤੇ, ਓਂਕਾਰ ਬਣ ਕੇ, ਭਗਵਾਨ ਬਣ ਕੇ ਵਿਦਾ ਹੋਣਾ ਆ। ਅਕਾਲ ਪੁਰਖ ਵਾਹਿਗੁਰੂ ਨਾਲ ਸਾਡੀ ਸਾਂਝ। ਅਸੀਂ ਉਹ ਸ਼ਬਦ ਪੜ੍ਹਨੇ ਲਿਟਰਲੀ ਤੌਰ 'ਤੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਤੂੰ ਗੋਬਿੰਦ ਨਾਲ ਆਤਮ ਸਾਥ ਹੋਣਾ ਆ। ਕਹਿੰਦੇ ਹੁਣ ਮੈਂ ਉਹਨੂੰ ਲੋੜ ਰਹੀ ਹਾਂ, ਉਹਦੀ ਇੱਛਾ ਮੇਰੇ ਹਿਰਦੇ ਦੇ ਵਿੱਚ ਜਿਹੜੀ ਹੈ ਉਸ ਰੂਪ ਵਿੱਚ ਆਸ ਪਿਆਸ ਲੱਗੀ ਹੋਈ ਹੈ। ਅਗਲਾ ਬਚਨ ਇਹਦੇ 'ਚ ਜਿਹੜਾ ਹੈ 2 ਨੰਬਰ ਪਦਾ, ਸਤ ਸ਼ਿੰਗਾਰ ਪਉ ਅੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ। ਮੈਂ ਬੇਨਤੀ ਕੀਤੀ ਸੀ ਕਿ ਪਿਰ ਨੂੰ ਖੁਸ਼ ਕਰਨ ਵਾਸਤੇ ਧਨ, ਜੋ ਸੰਸਾਰਕ ਐਗਜ਼ਾਮਪਲਸ ਨੇ ਉਹਨਾਂ ਨੂੰ ਦਿੰਦਿਆਂ ਹੋਇਆਂ ਮਹਾਰਾਜ ਨੇ ਕੁਝ ਬਿੱਥ ਸ਼ਬਦ ਕਹੇ ਨੇ। ਇਹਦੇ 'ਚ ਸ਼ਿੰਗਾਰ ਦੀ ਗੱਲ ਹੋਏਗੀ, ਇਹਦੇ 'ਚ ਸੇਜ ਸਜਾਉਣ ਦੀ ਗੱਲ ਹੋਏਗੀ। ਇਹਦਾ ਜਿਹੜਾ ਜ਼ਿਕਰ ਆ ਰਿਹਾ ਹੈਗਾ ਉਹ ਹੈ, ਸਭ ਕਹਿੰਦੇ ਸਤ ਸ਼ਿੰਗਾਰ ਪਉ ਅੰਜਨ ਪਾਇਆ, ਕਿਤੇ ਨਾ ਕੇ ਬਿਨਾ ਨਹੀਂ ਸੋ ਹੈ
32 ਲੱਖਣਾ ਭਗਤ ਨਾਮਦੇਵ ਜੀ। ਕਿਤੇ 16 ਸ਼ਿੰਗਾਰ ਆਉਂਦੇ ਨੇ, ਕਿਤੇ 32 ਸ਼ਿੰਗਾਰ, ਕਿਤੇ 7 ਸ਼ਿੰਗਾਰ। ਮਤਲਬ ਇਹ ਮੈਟਾਫੋਰਸ ਨੇ, ਇਹ ਕੋਈ ਸ਼ਿੰਗਾਰਾਂ ਦੀ ਉਸ ਲੈਵਲ ਦੀ ਕੋਈ ਪਰਟੀਕੂਲਰ ਚੀਜ਼ ਨਹੀਂ ਹੈਗੀ, ਪਰ ਜਸਟ ਇੱਕ ਜਿਵੇਂ ਲੈਂਗੁਏਜ ਬਣ ਜਾਂਦੀ ਹੈ ਜਿਸ ਤਰੀਕੇ ਨਾਲ। ਕੋਈ ਬੰਦਾ ਪੌਂ 12 ਨੇ ਪਾਏ, ਭਾਈ 13 ਹੀ 13 ਨੇ ਸਾਡੇ ਘਰ ਦੇ ਵਿੱਚ, ਇਸ ਕਿਸਮ ਦੀ ਬਾਤ ਹੈ। ਸੋ ਇਹ ਇੱਕ ਮੈਟਾਫੋਰਿਕ, ਇੱਕ ਮੁਹਾਵਰੇਦਾਰੀ ਦੀ ਭਾਸ਼ਾ ਹੈ। ਜਿਹੜਾ ਸ਼ਬਦ ਆਇਆ ਇਹਦੇ ਵਿੱਚ ਸਾਹਿਬ ਜ਼ਿਕਰ ਕਰਦੇ ਨੇ, 7 ਸ਼ਿੰਗਾਰ ਪਉ ਅੰਜਨ ਪਾਇਆ, ਉਸ ਮੈਟਾਫੋਰਿਕ ਚੀਜ਼ ਨੂੰ ਬਿਲਕੁਲ ਮੀਨਿੰਗਫੁਲ ਲੈਵਲ 'ਤੇ ਲੈ ਆਉਂਦਾ ਹੈਗਾ। ਹੁਣ ਉਹਦੇ 'ਚ ਇਹਨੂੰ ਇਸ ਤਰੀਕੇ ਨਾਲ ਵੀ ਜਾਣਨਾ ਕਿ ਜੇ ਤੇ ਗਿਣਤੀ ਦਾ 7 ਹੁੰਦਾ, ਜਿਹੜਾ ਆਮ ਕਰਕੇ ਅਸੀਂ ਮੈਟਾਫੋਰ ਦੇ ਤੌਰ 'ਤੇ ਯੂਜ਼ ਕਰ ਲੈਂਦੇ ਹਾਂ, 16 ਸ਼ਿੰਗਾਰ, 7 ਸ਼ਿੰਗਾਰ, 32 ਸ਼ਿੰਗਾਰ, ਫਿਰ ਇਹਦਾ ਜਿਹੜਾ 7 ਆ ਤੱਤਾ ਹੈ, ਇਹਦੇ ਥੱਲੇ ਔਂਕੜ ਨਹੀਂ ਸੀ ਹੋਣੀ, ਇਹਨੂੰ ਸਿਹਾਰੀ ਹੋਣੀ ਸੀਗੀ। ਤੁਸੀਂ ਇਹਨੂੰ ਜਿਹੜਾ ਸਿੰਪਲ ਲੈਵਲ 'ਤੇ ਦੇਖਣਾ ਹੋਵੇ, ਗਿਣਤੀ ਦੇ ਜਿਹੜੇ ਹਿੰਸਿਆਂ ਦੇ ਮੋਸਟਲੀ ਸ਼ਬਦ ਆਉਂਦੇ ਨੇ ਉਹ ਇਸੇ ਤਰੀਕੇ ਨਾਲ ਸਪੈਲ ਹੁੰਦੇ ਨੇ। ਜਿਵੇਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਵੀ ਗਾਵੇ ਦੀ ਪੌੜੀ ਹੈ, ਗਾਵੇ ਕੋ ਦਾਤ ਜਾਣੈ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ 4। ਹੁਣ ਉੱਥੇ 4 ਜਿਹੜਾ ਆ ਉਹ ਗਿਣਤੀ ਵਾਲਾ 4 ਨਹੀਂ ਹੈਗਾ। ਇਹ 4 ਉਹ ਆ ਜਿਵੇਂ ਕਿਸੇ ਕਵੀ ਨੂੰ ਕੋਈ ਇੰਟਰੋਡਿਊਸ ਕਰਦਾ ਕਿਸੇ ਕਵੀ ਦਰਬਾਰ ਦੇ ਵਿੱਚ, ਤੇ ਉਹ ਕਹਿੰਦੇ ਜੀ ਫਲਾਂ ਕਵੀ ਸਾਹਿਬ ਆਉਣਗੇ, ਹੁਣ ਆਪਣੀਆਂ 4 ਸਤਰਾਂ ਤੁਹਾਨੂੰ ਸੁਣਾਉਣਗੇ। ਤੇ ਕਵੀ ਜੀ ਆਉਂਦੇ ਨੇ ਤੇ ਉਹ 5-6 ਕਵਿਤਾਵਾਂ ਸੁਣਾ ਕੇ ਤੇ ਫਿਰ ਉਹ ਕਹਿੰਦੇ ਨੇ ਵੀ ਹੁਣ ਮੈਂ ਨਾ ਤੁਹਾਨੂੰ ਅਸਲ ਵਿੱਚ ਹੁਣ ਕਵਿਤਾ ਸੁਣਾਉਣਾ ਇੱਕ। ਕਹਿੰਦੇ ਕਮਾਲ ਹੋ ਗਈ, ਉਹਨੇ ਤੇ ਕਿਹਾ ਸੀਗਾ 4 ਸਤਰਾਂ ਸੁਣਾਉਣਗੇ, ਇਹਨੇ 10 ਕਵਿਤਾਵਾਂ ਸੁਣਾ ਲਈਆਂ ਨੇ, ਤੇ ਹੁਣ ਇਹ ਕਹਿੰਦਾ ਹੁਣ ਮੈਂ ਆਪਣੀ ਕਵਿਤਾ ਸੁਣਾਉਣ ਲੱਗਾ ਹਾਂ। ਇਹ ਕੀ ਹੈ? ਉਸ 4 ਦਾ ਮਤਲਬ 4 ਨਹੀਂ ਸੀਗਾ, ਉਹ ਤਾਂ 4 ਦਾ ਮਤਲਬ ਹੈ ਖੂਬਸੂਰਤ, ਅੱਛੀਆਂ, ਚੰਗੀਆਂ, ਵਡਿਆਉਣ ਵਾਲੀਆਂ, ਗਲੋਰੀਫੁਲ। ਸੋ ਇਹ ਉੱਥੇ 4 ਸਪੈਲ ਹੋਇਆ। ਦੇਖੋਗੇ 4 ਜਿਹੜਾ ਹੈਗਾ ਉਹ ਡਿਫਰੈਂਟ ਵੇ ਨਾਲ ਸਪੈਲ ਹੋਇਆ, ਰਾਰੇ ਨੂੰ ਸਿਹਾਰੀ ਨਹੀਂ ਹੈਗੀ। ਜਿੱਥੇ ਕਿਤੇ ਗਿਣਤੀ ਦੀ ਬਾਤ ਆਉਂਦੀ, ਜਿਵੇਂ 4 ਪੁਕਾਰੇ ਨਾ ਤੂੰ ਮਾਨੈ ਖਟ ਪੀ ਏਕਾ ਬਾਤ ਪੁਕਾਰਨਾ 10 ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਿਆ, ਜਾਂ 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਉੱਥੇ 4 ਸਪੈਲ ਹੋਇਆ, ਦੇਖਿਓ ਰਾਰੇ ਨੂੰ ਸਿਹਾਰੀ ਹੈ, ਗਿਣਤੀ ਵਾਲਾ, ਹਿੰਸਿਆਂ ਦਾ ਮੋਸਟਲੀ। ਜਾਂ ਤੁਸੀਂ ਲੋਕੀ 68 ਤੀਰਥ ਨਾਵੈ, ਇੱਥੇ ਸ਼ਬਦ ਪੜਿਆ 68 ਜਿਹੜਾ ਹੈਗਾ ਸਿਹਾਰੀ ਦੇ ਰੂਪ ਵਿੱਚ। ਭਾਵ ਜਿੱਥੇ ਇਸ ਕਿਸਮ ਦੀ ਬਾਤ ਆਵੇਗੀ ਉੱਥੇ ਸਾਰੇ ਜਿਹੜਾ ਹੈ ਇਸ ਸਿਹਾਰੀ ਦੇ ਨਾਲ, ਉਸ ਗਿਣਤੀ ਹਿੰਸਿਆਂ ਦੇ ਨਾਲ। ਹਾਂ ਅਪਵਾਦ ਹੈਗੇ ਨੇ, ਪਰ ਉਹਦਾ ਐਕਸੈਪਸ਼ਨਲ ਰੀਜ਼ਨ ਕੁਝ ਹੋਰ ਹੈਗੇ ਨੇ। ਪਰ ਛੋਟੀ ਜਿਹੀ ਬੇਨਤੀ ਜਿਹੜੀ ਕਰ ਰਿਹਾ ਸੀਗਾ, ਇੱਥੇ 7 ਗਿਣਤੀ ਵਾਲਾ ਨਹੀਂਗਾ। ਇੱਥੇ ਮਹਾਰਾਜ ਨੇ ਉਸ ਮੈਟਾਫੋਰਿਕ ਵੇ ਨੂੰ ਇੱਕ ਮੀਨਿੰਗਫੁਲ ਵੇ 'ਚ ਲਿਆਂਦਾ। ਇੱਥੇ ਬਚਨ ਆਇਆ ਹੈ, ਜੇ ਉਸ ਪਤੀ ਨੂੰ ਪ੍ਰਾਪਤ ਕਰਨਾ ਹੈ ਐ ਜੀਵਾਤਮਾ 7 ਸ਼ਿੰਗਾਰ। 7 ਇੱਥੇ ਕਰੈਕਟਰ ਨੂੰ ਬਿਲਡ ਕਰਨ ਦੀ ਗੱਲ ਹੋ ਰਹੀ ਹੈ, ਜਿਹੜੀ ਬੰਦੇ ਦੀ ਕਰੈਕਟਰ ਦੀ, ਖਾਸ ਕਰਕੇ ਜਿਹਨੂੰ ਚਰਿੱਤਰਤਾ ਦੀ ਬਾਤ ਕਰਦੇ ਹਾਂ। ਇਹ ਬਿਲਕੁਲ ਪ੍ਰਾਇਮਰੀ ਸਟੇਜ ਹੈ ਜੀਵਨ ਵਾਸਤੇ। ਇਹ ਸਪਿਰਿਚੁਅਲ ਸਾਈਡ 'ਤੇ ਜਾਣ ਲਈ ਖਾਸ ਤੌਰ 'ਤੇ, ਜਿਵੇਂ ਜਪਜੀ ਸਾਹਿਬ ਪੜ੍ਹੋ, ਅਸੀਂ ਜਤ ਪਹਾਰਾ ਧੀਰ ਸੁਨਿਆਰ। ਵਟ ਡਜ਼ ਜਤ ਮੀਨ? ਆਪਣੇ ਆਪ ਨੂੰ ਬਿਲਡ ਕਰਨਾ। ਸਪੈਸ਼ਲੀ we should not have the weakness of lust at all. That kind of actually message Maharaj is giving us clearly. If we have these issues, we have to actually work on it. Without that, we cannot actually become good human being or good. We cannot enjoy the spirituality. So here Maharaj is saying the first thing, if you want to enjoy the presence of Vaheguru in your actually psyche, in your mind, then you have to earn 7 ਸ਼ਿੰਗਾਰ। ਇਹ ਸ਼ਿੰਗਾਰ ਕਰ, ਇਹਦਾ ਪੂਰੀ ਤਰ੍ਹਾਂ ਆਪਣੇ ਆਪ ਨੂੰ ਧਾਰਨ ਕਰ ਲੈ। ਯੂ ਹੈਵ ਟੂ ਹੈਵ ਦੈਟ ਕਰੈਕਟਰ ਐਬਿਲਿਟੀ। ਇਹਦੀ ਬਾਤ ਹੋਈ 7 ਸ਼ਿੰਗਾਰ ਪਉ ਅੰਜਨ ਪਾਇਆ। ਪਉ ਡਰ ਨੂੰ ਕਹਿੰਦੇ ਨੇ, ਨਿਰਮਲ ਡਰ। ਅੰਜਨ ਸੁਰਮਾ ਇਸ ਤਰੀਕੇ ਨਾਲ ਸ਼ਿੰਗਾਰ ਲਾਉਣ ਵਾਸਤੇ ਹੁੰਦਾ ਸੀਗਾ, ਕਜਲਾ ਜਿਹਨੂੰ ਕਿਹਾ ਜਾਂਦਾ ਸੀਗਾ। ਸਾਹਿਬ ਨੇ ਕਿਹਾ ਇੱਥੇ ਡੋਲਪ ਹੋਣ ਵਾਸਤੇ ਜਿਵੇਂ ਵਰਡ ਯੂਜ਼ ਕੀਤਾ ਜਾਂਦਾ ਹੈਗਾ, ਜਾਂ ਆਪਣੇ ਆਪ ਨੂੰ ਬਲਿੰਕ ਕਰਨ ਵਾਸਤੇ, ਯੂ ਡੋਂਟ ਹੈਵ ਟੂ ਐਕਚੁਅਲੀ ਫੋਲੋ ਦੈਟ ਕਾਈਂਡ ਆਫ ਐਕਸਟਰਨਲ ਜਿਹੜੀਆਂ ਨੇ ਮੇਕਅਪ ਜਿਹੜਾ ਹੈ ਉਹ ਉਸ ਤਰੀਕੇ ਦੀਆਂ ਜਿਹੜੀਆਂ ਫੈਸਿਲਿਟੀਜ਼। ਜਸਟ ਟਰਾਈ ਟੂ ਬਿਲਡ ਯੂਰ ਇਨਰ ਸਾਈਡ ਪ੍ਰੋਪਰਲੀ। ਸੋ ਜਿਹੜੀ ਇਨਰ ਸਾਈਡ ਬਿਲਡ ਕਰਨ ਦੀ ਗੱਲ ਹੋ ਰਹੀ ਹੈ, ਉਹਦੇ 'ਚ ਰੱਬ ਦੇ ਭੈ ਵਿੱਚ ਰਹਿਣਾ। ਇਹ ਸ਼ਿੰਗਾਰ, ਇਹ ਐਕਚੁਅਲੀ ਅੰਜਨ ਪਾ। ਮਾਲਕ ਤੋਂ ਖੌਫ ਖਾਇਆ ਕਰ, ਹਰ ਵਕਤ ਉਹਦੇ ਭੈ ਵਿੱਚ ਰਿਹਾ ਕਰ, ਉਹਦੀ ਬਾਤ ਹੋ ਰਹੀ ਹੈ। ਪਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਆਇਆ। ਤੰਬੋਲ ਕਹਿੰਦੇ ਨੇ ਪਾਣ ਚੱਬਣ ਨੂੰ। ਅੱਜ ਕੱਲ੍ਹ ਤੇ ਹੋਠਾਂ ਨੂੰ ਲਾਲ ਕਰਨ ਵਾਸਤੇ ਤੇ ਹੋਰ ਬੜਾ ਕੁਛ ਆ ਚੁੱਕਾ ਹੈਗਾ ਇਸ ਤਰੀਕੇ ਦੇ ਨਾਲ। ਪੁਰਾਣੇ ਸਮੇਂ ਦੰਦਾਸੇ, ਤੰਬੋਲ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਜ਼ਿਆਦਾਤਰ। ਤੇ ਹੁਣ ਇੱਥੇ ਨਾਮ ਦੀ ਸ਼ੋਭਾ ਤੰਬੋਲ ਪਾਣ ਨਾਲ ਦਿੱਤੀ ਗਈ ਹੈ। ਅੱਜ ਦੀ ਦੁਨੀਆ ਸ਼ਾਇਦ ਲੋਕਾਂ ਨੂੰ ਉਸ ਲੈਵਲ 'ਤੇ ਚੀਜ਼ ਕਈ ਵਾਰੀ ਸਮਝ ਵੀ ਨਾ ਲੱਗੇਗੀ। ਉਹਦਾ ਰੀਜ਼ਨ ਇਹ ਹੈਗਾ ਕਿ ਲੋਕਾਂ ਨੂੰ ਦੁਨੀਆ ਵੱਖਰੇ ਕਿਸਮ ਦੀ ਲੱਗ ਰਹੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਹੁਤ ਸਾਰੀਆਂ ਐਸੀਆਂ ਐਗਜ਼ਾਮਪਲਸ ਕੀਤੀਆਂ ਨੇ ਜਿਹਦੇ 'ਚ ਲੋਕਾਂ ਨੂੰ, ਕਿਉਂਕਿ ਕਈਆਂ ਦਾ ਹੁਣ ਪਾਨ ਖਾਣਾ ਇੱਕ ਐਡਿਕਸ਼ਨ ਹੈ ਬੜਾ ਵੱਡਾ।
ਨਾਮ ਸਾਡਾ ਐਡਿਕਸ਼ਨ ਬਣ ਜੇ, ਕਿੱਡਾ ਵਧੀਆ ਕਮਾਲ ਹੈ। ਬੰਦਾ ਐਡਿਕਟ ਹੋ ਜਾਏ ਇਹੋ ਜਿਹੀ ਚੀਜ਼ ਦਾ, ਮੇਰੇ ਲਈ ਪਾਨ ਤੰਬੋਲ ਲੱਗ ਜੇ, ਮੈਨੂੰ ਇਹ ਚੀਜ਼ ਨਸ਼ਾ ਲੱਗ ਜੇ ਇਸ ਕਿਸਮ ਦੇ ਨਾਲ। ਜਿਵੇਂ ਸਾਹਿਬ ਜੀ ਬਾਣੀ ਜ਼ਿਕਰ ਕਰਦੇ ਨੇ ਕਿ ਜੈਸੇ ਬਿਨ ਅਮਲੇ ਅਮਲੀ ਮਰ ਜਈ ਹੈ। ਅਮਲ ਨਾ ਮਿਲੇ ਤਾਂ ਅਮਲੀ ਦੀ ਤਾਂ ਮੌਤ ਹੋ ਜਾਂਦੀ ਹੈ। ਅਮਲੀ ਨੂੰ ਮਤਲਬ ਸਵੇਰੇ ਇਹ ਕਹਿ ਦਿਓ ਕਿ ਕੱਲ੍ਹ ਨੂੰ ਜਿਹੜਾ ਹੈਗਾ ਗੈਸ ਸਟੇਸ਼ਨ 'ਤੇ ਗੈਸ ਨਹੀਂ ਮਿਲੇਗੀ, ਜੋਬ ਚਲੀ ਜਾਏਗੀ, ਫਲਾਂ ਚੀਜ਼ ਹੋ ਜਾਏਗੀ, ਲੋਕਡਾਊਨ ਵਗੈਰਾ ਕਿਸੇ ਕਿਸਮ ਦੇ ਨਾਲ ਕੁਛ ਹੋ ਜਾਏ, ਅਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹਨੂੰ ਇਹ ਕਹਿ ਤਾ ਜਾਏ ਵੀ ਤੇਰਾ ਕੱਲ੍ਹ ਨੂੰ ਸਮਾਨ ਨਹੀਂ ਮਿਲਣਾ, ਉਹਨੇ ਕਹਿਣਾ ਦੁਨੀਆ ਹੀ ਮਰ ਗਈ, ਮਾਰੇਗੇ ਦੱਸੋ ਪਹਿਲਾਂ ਤਾਂ ਉਹ ਲੈ ਕੇ ਆਓ, ਕਿਉਂਕਿ ਉਹਨੂੰ ਐਡਿਕਸ਼ਨ ਹੈ ਉਹਦੀ, ਉਹ ਪ੍ਰਸ਼ਾਦੇ ਦੀ ਉਹਨੂੰ ਲੋੜ ਨਹੀਂ ਬਹੁਤੀ। ਮਤਲਬ ਕਈ ਵਾਰੀ ਇਹ ਵੀ ਹੁੰਦਾ ਨਾ ਬਲਾਸ ਦੀ ਗੱਲ, ਹਾਲਾਂਕਿ ਲਿਖੀ ਤੇ ਬੜੇ ਦਾਨਿਸ਼ਮੰਦ ਪ੍ਰੋਫੈਸਰ ਨੇ ਸੀ, ਮੁੜ ਕੇ ਕਿਸੇ ਕਮੇਡੀਅਨ ਨੇ ਚੱਕ ਲਈ ਉਸ ਤਰੀਕੇ ਨਾਲ ਵੀ ਉਹ ਜਿਹੜਾ ਹੈ ਕਿਤੇ ਉਹ ਐਕਸੀਡੈਂਟ ਹੋਇਆ ਤੇ ਸ਼ਰਾਬੀ ਬੰਦਾ ਆਪਣੀ ਸ਼ਰਾਬ ਲਈ ਜਾ ਰਿਹਾ ਸੀਗਾ ਆਪਣੀ ਜੇਬ ਵਿੱਚ ਪਾ ਕੇ, ਤੇ ਜਦੋਂ ਡਿੱਗਾ ਤੇ ਉਹ ਮਤਲਬ ਇੱਕਦਮ ਗਿੱਲਾ ਜਿਹਾ ਫੀਲ ਹੋਇਆ ਤੇ ਡੈਫੀਨੇਟਲੀ ਖੂਨ ਵੀ ਹੋ ਸਕਦਾ ਕਿਉਂਕਿ ਕੱਚ ਸੀਗਾ, ਬੋਤਲ ਸੀਗੀ, ਤੇ ਉਹ ਪ੍ਰੇਅਰ ਹੀ ਕਰ ਰਿਹਾ, ਉਹ ਰੱਬ ਜੀ ਇੱਕ ਬਖਸ਼ਿਸ਼ ਕਰੀ, ਬਸ ਖੂਨ ਹੀ ਹੋਏ, ਕਿਉਂ ਸ਼ਰਾਬ ਨਾ ਬੋਤਲ ਨਾ ਟੁੱਟ ਗਈ ਹੋਏ, ਕਿਤੇ ਮਾਰਿਆ ਜਾਊਗਾ ਜੇ ਕਿਤੇ ਹੋ ਜਾ। ਹੁਣ ਇਹ ਜਿਹੜੀ ਇਸ ਤਰੀਕੇ ਦੀ ਬਾਤ ਆ, ਜਿਹੜੇ ਐਡਿਕਟ ਹੋ ਗਏ ਇਸ ਚੀਜ਼ ਦੇ। ਸਾਹਿਬ ਕਹਿੰਦੇ ਦਾਤਾ ਜੇ ਤੇਰੇ ਨਾਲ ਸਾਂਝ ਬਣਾਉਣੀ ਹੈ, ਮੈਨੂੰ ਐਡਿਕਸ਼ਨ ਇਹ ਲੱਗੇ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ, ਕੰਗਨ ਬਸਤਰ ਗਹਿਣੇ ਬਨੇ ਸੁਹਾਵੇ। ਜਿਹੜੇ ਅਸਲ ਕੰਗਨ ਬਸਤਰ ਜਾਂ ਗਹਿਣੇ ਨੇ ਨਾ, ਉਹ ਕੁਝ ਹੋਰ ਨਹੀਂ ਗੇ, ਉਹ ਇਹ ਸ਼ੁਭ ਗੁਣ ਨੇ ਮੇਰੇ ਵਾਸਤੇ। ਧਨ ਸਭ ਸੁਖ ਪਾਵੇ ਜਾਂ ਪਿਰ ਘਰ ਆਵੇ। ਜੇ ਪਿਰ ਘਰ ਆ ਜਾਏ, ਜੇ ਰੱਬ ਦਾ ਖੌਫ, ਰੱਬ ਦਾ ਭੈ, ਰੱਬ ਦਾ ਅਹਿਸਾਸ ਸਾਡੀ ਸੁਰਤ 'ਚ ਆ ਜਾਏ, ਇਸ ਤੋਂ ਵੱਡਾ ਕੋਈ ਸ਼ਿੰਗਾਰ ਨਹੀਂ ਜੀਵਨ ਦਾ, ਉਹਦੀ ਬਾਤ ਕੀਤੀ ਗਈ ਹੈ। ਅਗਲਾ ਬਚਨ ਸਾਹਿਬ ਨੇ ਜ਼ਿਕਰ ਕੀਤਾ, ਗੁਣ ਕਾਮਣ ਕਰ ਕੰਤ ਰਿਝਾਇਆ। ਇੱਥੇ ਕਾਮਣ ਦਾ ਮਤਲਬ ਹੈ ਟੂਣੇ। ਹਰ ਕਲਚਰ ਦੇ ਵਿੱਚ ਟੂਣੇ ਟਪਾਰ ਹੁੰਦੇ ਨੇ, ਡਿਫਰੈਂਟ ਕਿਸਮ ਦੇ ਰਿਚੁਅਲਸ ਤੇ ਆਲ ਦੀਸ ਥਿੰਗਸ। ਸਾਡੇ ਤੋਂ ਉੱਥੇ ਬੇਤਹਾਸ਼ਾ ਇਸ ਕਿਸਮ ਦੀ, ਅਤੇ ਆਮ ਕਰਕੇ ਇਸਤਰੀਆਂ ਵਿਚਾਰੀਆਂ ਭੋਲਾਂ ਨੂੰ ਉਹਨਾਂ ਨੂੰ ਟੂਣੇ ਕਰਨੇ ਸਿਖਾਏ ਜਾਂਦੇ ਘਰਾਂ ਦੇ ਵਿੱਚ ਇਸ ਕਿਸਮ ਦੇ ਨਾਲ। ਬਾਣੀ ਨੇ ਬੜੇ ਬਿਆਨ ਕੀਤੇ ਸੁੰਦਰ ਢੰਗ ਨਾਲ। ਸਾਹਿਬ ਕਹਿੰਦੇ ਗੁਣ ਕਾਮਣ ਕਰੈ ਤੋ ਕੰਤੈ ਕੋ ਪਾਵੈ। ਜੇ ਕੰਤ ਨੂੰ ਪ੍ਰਾਪਤ ਕਰਨਾ ਫਿਰ ਗੁਣਾਂ ਦੇ ਕਾਮਨ ਕਰ, ਰੱਬ ਕੰਤ ਗੁਣਾਂ ਦੇ ਕਾਮਨਾ ਨਾਲ, ਉਹ ਟੂਣੇ ਕਰ। ਇੱਥੇ ਵੀ ਜ਼ਿਕਰ ਆਇਆ ਗੁਣ ਕਾਮਣ ਕਰ ਕੰਤ ਰਿਝਾਇਆ, ਮੈਨੂੰ ਉਹ ਟੂਣੇ ਕਰਨੇ ਆਉਣ ਜਿਹਦੇ ਨਾਲ ਰੱਬ ਖੁਸ਼ ਹੋ ਜੇ। ਭਾਵ ਮੈਂ ਕਿਸੇ ਫੋਕ ਟੂਣਾ ਪ੍ਰਸਤਗੀ ਦੇ ਵਿੱਚ ਉਸ ਕਿਸਮ ਦੇ ਚੀਜ਼ਾਂ 'ਚ ਨਾ ਪੈ ਜਾਵਾਂ, ਉਹਦੀ ਬਾਤ ਹੋ ਰਹੀ ਹੈ ਇਹਦੇ ਵਿੱਚ। ਅਗਲਾ ਵਸ ਕਰ ਲੀਨਾ ਗੁਰ ਭਰਮ ਚੁਕਾਇਆ, ਤੇ ਗੁਰੂ ਨੇ ਮੇਰਾ ਭਰਮ ਚੁਕਾ ਦਿੱਤਾ, ਜਿਹਦੇ ਕਰਕੇ ਮੈਨੂੰ ਮਾਲਕ ਦੇ ਨਾਲ ਜੁੜਨ ਦੀ, ਉਹਦੇ ਨਾਲ ਸਾਂਝ ਬਣਾਉਣ ਦੀ ਜਾਚ ਆ ਗਈ। ਸਭ ਤੋਂ ਉੱਚਾ ਮੰਦਰ ਮੇਰਾ, ਹੁਣ ਮੇਰਾ ਘਰ ਸਭ ਤੋਂ ਉੱਚਾ ਹੈ। ਹਕੀਕਤ ਇਹ ਹੈ ਘਰਾਂ ਦੀਵਾਰਾਂ ਨਾਲ, ਅਟਾਰੀਆਂ ਨਾਲ, ਜਾਂ ਐਕਸਟਰਨਲ ਜਾਂ ਇੰਟਰਨਲ ਜਿਹੜੀਆਂ ਉੱਥੇ ਸਜਾਵਟਾਂ ਨੇ, ਉਹਨਾਂ ਨਾਲ ਵੱਡੇ ਨਹੀਂ ਹੁੰਦੇ। ਘਰ ਤੇ ਘਰ ਵਿੱਚ ਵਸਣ ਵਾਲੇ ਸੁੱਖ ਨਾਲ ਵੱਡੇ ਤੇ ਛੋਟੇ ਹੁੰਦੇ ਨੇ। ਐਸੇ ਘਰ ਵੀ ਹੋਣਗੇ ਵੱਡੀਆਂ ਆਲੀਸ਼ਾਨ ਮੈਨਸ਼ਨਸ, ਤੇ ਜਿਹੜੇ ਲੋਕ ਉਹਦੇ 'ਚ ਰਹਿੰਦੇ ਨੇ ਉਸ ਘਰ ਦਾ ਮੂੰਹ ਨਹੀਂ ਵੇਖਣਾ ਚਾਹੁੰਦੇ, ਦੇ ਡੋਂਟ ਵਾਂਟ ਟੂ ਗੋ ਦੇਅਰ। ਇਹੋ ਜਿਹੇ ਘਰ ਵੀ ਤੁਹਾਨੂੰ ਮਿਲ ਜਾਣਗੇ ਜਿਹੜੇ ਬਹੁਤ ਮਾਮੂਲੀ ਜਿਹੇ ਲੱਗਣਗੇ, ਪਰ ਘਰ ਦੇ ਮੈਂਬਰ ਉਹਨਾਂ ਨੂੰ ਤੁਸੀਂ ਜਿੱਥੇ ਮਰਜ਼ੀ ਲੈ ਜਾਓ, ਉਹ ਕਹਿੰਦੇ ਨਾ ਆਈ ਰੀਅਲੀ ਵਾਂਟ ਟੂ ਗੋ ਮਾਈ ਹੋਮ, ਮੈਂ ਘਰ ਜਾਣਾ ਆਪਣੇ। ਇਹ ਕੀ ਹੈ? ਸਭ ਤੋਂ ਉੱਚਾ, ਸਭ ਤੋਂ ਵਧੀਆ ਆਲੀਸ਼ਾਨ ਸਥਾਨ। ਸੋ ਇਹ ਐਗਜ਼ੈਕਟਲੀ ਸਾਡੇ ਮਨ ਦੀ ਦਸ਼ਾ ਆ। ਸਾਡਾ ਮਨ ਭਟਕਦਾ ਫਿਰਦਾ ਆ ਪਰਾਏ ਤਨ ਪਿੱਛੇ, ਪਰਾਏ ਧਨ ਪਿੱਛੇ, ਪਰਾਈ ਦੁਨੀਆ ਪਿੱਛੇ, ਆਪਣੇ ਅੰਦਰ ਨਹੀਂ ਰਹਿ ਰਿਹਾ। ਇੱਥੇ ਹੁਣ ਹਾਲਤ ਬਣ ਗਈ, ਮੈਨੂੰ ਮੇਰਾ ਮੰਦਰ ਚੰਗਾ ਲੱਗਦਾ ਆ, ਮੈਂ ਇਹਦੇ 'ਚ ਰਹਿਣਾ, ਮੈਨੂੰ ਇਹਦੇ ਸਕੂਨ ਮਿਲਦਾ ਆ। ਮੈਂ ਆਪਣੇ ਆਪ ਵਿੱਚ ਆਪਣਾ ਆਪ ਹੋ ਕੇ ਰਹਿਣਾ, ਰੀਅਲ ਮਾਈ ਸੈਲਫ। I don't want to copy anyone. I don't want to be anyone. I want to be myself. ਇਹ ਰੀਅਲ ਐਕਚੁਅਲ ਲੈਵਲ ਤੇ ਐਬਿਲਿਟੀ ਬੰਦੇ 'ਚ ਆ ਜਾਏ, ਇਸ ਸਹੀ ਰੂਪ 'ਚ ਇਹ ਪ੍ਰਾਪਤੀ ਹੈ। ਇੱਥੇ ਮਹਾਰਾਜ ਨੇ ਬਿਆਨ ਕੀਤਾ, ਸਭ ਤੇ ਉੱਚਾ ਮੰਦਰ ਮੇਰਾ, ਸਭ ਕਾਮਨ ਤਿਆਗੀ ਪ੍ਰੀਤਮ ਮੇਰਾ। ਤੇ ਮੇਰਾ ਪ੍ਰੀਤਮ ਕਿਤਨਾ ਕਮਾਲ ਆ, ਮੈਨੂੰ ਇੰਝ ਲੱਗਦਾ ਹੈ ਸਭ ਕਾਸੇ ਨੂੰ ਤਿਆਗ ਕੇ ਉਹ ਮੇਰੇ ਅੰਦਰ ਆ ਵਸਿਆ ਹੈਗਾ। ਸਭ ਕਾਮਨਾ ਤਿਆਗ ਦਿੱਤੀਆਂ ਨੇ ਉਸਨੇ, ਉਹ ਮੇਰਾ ਮੇਰੀ ਉਹਦੇ ਨਾਲ ਰਿਲੇਸ਼ਨਸ਼ਿਪ ਬਣ ਗਈ ਹੈਗੀ ਏ। ਪ੍ਰਗਟਿਆ ਸੂਰ ਜੋਤ ਉਜਿਆਰਾ, ਇਹ ਅੰਦਰ ਸੂਰਜ, ਇਹ ਰੌਸ਼ਨੀ, ਇਨਲਾਈਟਮੈਂਟ ਆ ਗਈ ਮੇਰੇ ਅੰਦਰ, ਉਹਨੇ ਉਜਿਆਰਾ ਕਰ ਦਿੱਤਾ। ਸੇਜ ਵਿਛਾਈ ਸ਼ਰਦ ਅਪਾਰ ਸ਼ਰਧਾ ਦੇ ਨਾਲ ਹੁਣ ਮੇਰੇ ਅੰਦਰ ਸੱਚੀ ਸੇਜਾ ਵਿਛ ਗਈ ਹੈ। ਫਿਰ ਐਗਜ਼ਾਮਪਲ ਉਸ ਪਾਸਿਓਂ ਆ ਰਹੀ ਹੈ, ਉਸ ਇੰਟੀਮੇਸੀ ਲੈਵਲ ਤੋਂ, ਉਸ ਤਰੀਕੇ ਨਾਲ। ਬਟ ਐਗਜ਼ੈਕਟਲੀ ਮਹਾਰਾਜ ਸਾਨੂੰ ਜਿਹੜਾ ਮਜਾਜੀ ਤੋਂ ਹਕੀਕੀ ਚਲੇ ਜਾ ਰਹੇ ਨੇ, ਦੱਸ ਇਹ ਰਹੇ ਨੇ ਤੁਹਾਡੇ ਅੰਦਰ ਇਤਨੇ ਇੱਕ ਰਿਚੁਅਲਸ, ਇਤਨੇ ਇੱਕ ਵਰਚੂਜ਼, ਇਤਨੀ ਇੱਕ ਕੁਆਲਿਟੀਜ਼ ਆ ਜਾਣ, ਤੁਹਾਨੂੰ ਦੁਨੀਆ ਦੇ ਹਰ ਸੁੱਖ, ਹਰ ਜਿਹੜੀ ਹੈ ਮਤਲਬ ਹੈਪੀ ਫੀਲਿੰਗ ਜਿਹੜੀ ਹੈ ਤੁਹਾਡੀ ਸੁਰਤ 'ਚ ਆਪਣੇ ਆਪ ਆਵੇ।
ਉਹਦੀ ਬਾਤ ਇਹਦੇ 'ਚ ਹੋ ਰਹੀ ਹੈ। ਸੇਜ ਵਿਛਾਈ ਸ਼ਰਦ ਅਪਾਰਾ, ਨਵਰੰਗ ਲਾਲ ਸੇਜ ਰਾਵਣ ਆਇਆ। ਜਿਹੜਾ ਸਭ ਰੰਗਾਂ ਦਾ ਮਾਲਕ ਆ, ਮੈਨੂੰ ਸ਼ਬਦ ਪੜ੍ਹਦੇ ਨਾ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ। ਜਿਹੜਾ ਬਹੁਰੰਗ, ਜਿਹੜਾ ਨਵ ਰੰਗ ਆ, ਜਿਹਨੂੰ ਹਰ ਨਵਾਂ ਰੰਗ ਚੜਿਆ ਆ, ਭਾਵ ਜਿਹੜਾ ਸਭ ਬਰਕਤਾਂ ਦਾ ਮਾਲਕ ਆ। ਹੁਣ ਕਿਹਾ ਨਵਰੰਗ ਲਾਲ ਸੇਜ ਰਾਵਣ ਆਇਆ, ਮੇਰੇ ਹਿਰਦੇ ਦੀ ਸੇਜ ਰਵਣ ਕਰਨ ਵਾਸਤੇ ਆ ਗਿਆ ਹੈ। ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ। ਇਸ ਜੀਵਾਤਮਾ ਨੇ ਅਸਲ ਸੁਖ ਪਿਰ ਨੂੰ ਪ੍ਰਾਪਤ ਕਰ ਲਿਆ ਹੈ। ਭਾਵ ਇਹੋ ਹੀ ਹੈ ਕਿ ਜਦੋਂ ਸਪਿਰਿਚੁਅਲ ਇੰਨੀ ਇਨਲਾਈਟਮੈਂਟ, ਇਤਨੀ ਰੌਸ਼ਨੀ ਬੰਦੇ ਨੂੰ ਹੋ ਜਾਏ ਤੇ ਇਤਨਾ ਅਵੇਅਰ ਹੋ ਜਾਏ, ਉਸ ਬੰਦੇ ਨੂੰ ਸੰਸਾਰ ਦੇ ਵਿੱਚ ਕੋਈ ਚੀਜ਼ ਡਿਸਟਰੈਕਟ ਨਹੀਂ ਕਰ ਸਕਦੀ, ਡਿਸਟਰਬ ਨਹੀਂ ਕਰ ਸਕਦੀ। ਤੇ ਉਹ ਬੰਦਾ ਵਾਕਿਆ 'ਚ ਆਪਣੇ ਉਸ ਪਿਓਰ ਸੈਲਫ ਨੂੰ ਇੰਜੋਏ ਕਰਦਾ ਹੈ, ਵਿਚ ਵੀ ਆਰ ਇਨ ਰਿਐਲਿਟੀ। ਜੋ ਅਸੀਂ ਹੈਗੇ ਹਾਂ ਉਹਨੂੰ ਮਾਣਦਾ ਹੈਗਾ। ਸਾਹਿਬ ਰਹਿਮਤ ਕਰਨ, ਐਸੇ ਆਲਮੀ ਸੰਦੇਸ਼ ਸਾਨੂੰ ਪ੍ਰੇਰਨਾ ਸਰੋਤ ਬਣ, ਅਸੀਂ ਜੀਵਨ ਦੇ ਇਸ ਰੰਗ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਨੂੰ ਮਾਣ ਸਕੀਏ। ਫਿਰ ਇੱਕ ਵਾਰ ਕੋਵਿਡ-19 ਦੇ ਸਿਚੁਏਸ਼ਨ ਦੇ ਵਿੱਚ ਅਰਦਾਸ ਹੈ ਮਾਲਕ ਦੇ ਚਰਨਾਂ ਦੇ ਵਿੱਚ, ਪ੍ਰੀਕਾਸ਼ਨਸ ਜਿਵੇਂ ਜਿਵੇਂ ਬਣਦੇ ਨੇ ਉਵੇਂ ਲੈ ਕੇ ਰੱਖੋ, ਸਿਹਤ ਦਾ ਖਿਆਲ ਕਰੋ। ਇਹ ਸਮਾਂ ਹੈ ਸੈਲਫ ਅਨਾਲਿਸਿਸ ਦਾ। ਆਪੋ ਆਪਣੀ ਇਮਿਊਨਿਟੀ ਨੂੰ ਦੇਖੋ, ਵੇਅਰ ਡੂ ਵੀ ਸਟੈਂਡ, ਆਪਣੇ ਆਪ ਨੂੰ ਇਮਿਊਨਿਟੀ ਲੈਵਲ 'ਤੇ ਸਹੀ ਕਰੋ, ਖੁਰਾਕ ਚੋਇਸਿਸ ਸਹੀ ਕਰੋ, ਰਹਿਣ ਸਹਿਣ ਦੀਆਂ ਚੋਇਸਿਸ ਸਹੀ ਕਰੋ। ਇਹ ਵੀ ਇੱਕ ਬੜਾ ਵੱਡਾ ਧਰਮ ਹੈ। ਕਿਸੇ ਦਿਨ ਬਾਤ ਹੋਈ ਇਸ ਬਾਬਤ ਵੀ ਬਾਣੀ 'ਚ ਪੂਰੀ ਬਾਤ ਪਾਵਾਂਗੇ। ਅੱਜ ਵਾਸਤੇ ਇੱਥੇ ਸਮਾਪਤੀ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।